सत श्री अकाल जी सारिਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਡੇਲੀ ਜੌਬ ਅਲਰਟ ਪੰਜਾਬ ਦੇ ਉੱਪਰ। ਅੱਜ ਇੱਕ ਵਾਰ ਫੇਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਸਾਡੀ ਇੱਕ ਨਵੀਂ ਵੀਡੀਓ ਲੈ ਕੇ, ਜੋ ਕਿ ਹੈ ਕੰਪਿਊਟਰ ਨਾਲ ਰਿਲੇਟਡ ਕੁਐਸਚਨ ਦੇ ਨਾਲ ਰਿਲੇਟਡ ਹੈ। ਇਸ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ 50 ਜੋ ਮੋਸਟ ਇੰਪੋਰਟੈਂਟ ਠੀਕ ਹੈ ਕੰਪਿਊਟਰ ਦੇ ਕੁਐਸਚਨਸ ਹਨ ਉਹਨਾਂ ਦੀ ਤੁਹਾਨੂੰ ਰਿਵੀਜ਼ਨ ਕਰਵਾਵਾਂਗੇ, ਜੋ ਕਿ ਐਗਜ਼ਾਮ ਦੇ ਦ੍ਰਿਸ਼ਟੀਕੋਣ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ। ਇਹ ਕੁਐਸਚਨ ਤੁਸੀਂ ਸਾਡੀ ਟੈਲੀਗ੍ਰਾਮ ਚੈਨਲ ਦੇ ਉੱਪਰ ਜਾ ਕੇ ਇਸ ਦੀ PDF ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। PDF ਵੀ ਤੁਹਾਨੂੰ ਅਵੇਲੇਬਲ ਕਰਵਾਈ ਜਾਊਗੀ। ਇਹ ਜੋ ਕੁਐਸਚਨਸ ਹਨ ਅਸੀਂ ਵੱਖ-ਵੱਖ ਸਟੱਡੀ ਮਟੀਰੀਅਲਸ ਅਤੇ ਵੱਖ-ਵੱਖ ਜੋ ਮੌਕ ਟੈਸਟ ਹਨ ਉਹਨਾਂ ਦੇ ਵਿੱਚੋਂ ਕਲੈਕਟ ਕੀਤੇ ਹਨ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜੋ ਸਾਡੀ ਅੱਜ ਦੀ ਵੀਡੀਓ ਹੈ ਪਸੰਦ ਆਵੇਗੀ ਅਤੇ ਤੁਹਾਨੂੰ ਐਗਜ਼ਾਮ ਦੇ ਦ੍ਰਿਸ਼ਟੀਕੋਣ ਨਾਲ ਵੀ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਤ ਹੋਵੇਗੀ। ਤਾਂ ਬਿਨਾਂ ਕਿਸੇ ਦੇਰੀ ਤੋਂ ਆਪਾਂ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ। ਇਸ ਨਾਲ ਸਾਡਾ ਜੋ ਹੌਸਲਾ ਹੈ ਉਹ ਵੱਧ ਜਾਂਦਾ ਹੈ ਅਤੇ ਅਸੀਂ ਇੱਕ ਚੰਗਾ ਕੰਮ ਕਰਨ ਦੇ ਲਈ ਵੱਧ ਤੋਂ ਵੱਧ ਪ੍ਰੇਰਿਤ ਹੁੰਦੇ ਹਾਂ। ਹਾਂਜੀ, ਬਿਨਾਂ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਜੀ। ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜੀ, ਵਟ ਆਰ ਦਾ ਸਰਵਿਸਿਜ਼ ਅਵੇਲੇਬਲ ਅੰਡਰ IMPS। ਹਾਂਜੀ, IMPS ਜੋ ਇੱਕ ਡਿਜੀਟਲ ਭੁਗਤਾਨ ਸਿਸਟਮ ਹੈ ਜੋ ਕਿ ਇੰਟਰਨੈਟ ਬੈਂਕਿੰਗ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੁੰਦਾ ਹੈ। IMPS RTGS ਅਤੇ NEFT ਠੀਕ ਹੈ, ਇਹ ਹੁੰਦੀਆਂ ਹਨ ਜਿਨ੍ਹਾਂ ਨਾਲ ਆਪਾਂ ਜੋ ਆਪਣੀਆਂ ਪੇਮੈਂਟਸ ਨੇ ਉਹਨਾਂ ਨੂੰ ਟਰਾਂਸਫਰ ਕਰ ਸਕਦੇ ਹਾਂ। ਵੱਖ-ਵੱਖ ਇਹ ਆਪਣੇ ਕੋਲੇ ਆਪਸ਼ਨਸ ਹੁੰਦੀਆਂ ਹਨ ਇੰਟਰਨੈਟ ਬੈਂਕਿੰਗ ਦੇ ਵਿੱਚ। ਤਾਂ IMPS ਜੋ ਹੈ ਜਿਸ ਦੀ ਫੁੱਲ ਫਾਰਮ ਹੈ ਇਮੀਡੀਏਟ ਪੇਮੈਂਟ ਸਰਵਿਸ। ਇਸ ਦੇ ਵਿੱਚ ਆਪਣੇ ਕੋਲੇ ਕਿਹੜੀਆਂ ਆਪਾਂ ਨੂੰ ਸੇਵਾਵਾਂ ਉਪਲਬਧ ਹੁੰਦੀਆਂ ਹਨ, ਮਤਲਬ ਕਿਹੜੀਆਂ ਸੇਵਾਵਾਂ ਆਪਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਦੇ ਵਿੱਚ ਪਹਿਲੀ ਆਪਸ਼ਨ ਹੈ ਜੀ ਫੰਡਸ ਟਰਾਂਸਫਰ ਐਂਡ ਰੀਮਿਟੈਂਸ, ਮਤਲਬ ਫੰਡ ਟਰਾਂਸਫਰ ਅਤੇ ਭੇਜਣ ਵਾਲੇ। ਦੂਜੀ ਆਪਸ਼ਨ ਹੈ ਜੀ ਮਰਚੈਂਟ ਪੇਮੈਂਟਸ, ਵਪਾਰੀ ਭੁਗਤਾਨ। ਤੀਜੀ ਆਪਸ਼ਨ ਹੈ ਜੀ ਨੂਪ ਕੀ ਹੈ ਹੁਣ ਨੂਪ ਆਪਸ਼ਨ ਦਾ ਕੀ ਮੀਨਿੰਗ ਹੈ। ਨੂਪ ਆਪਸ਼ਨ ਜੋ ਹੈ ਇਹ ਮੋਬਾਈਲ ਬੈਂਕਿੰਗ ਦੇ ਨਾਲ ਰਿਲੇਟਡ ਹੈ ਕਿ ਆਪਾਂ ਨੂੰ ਜੋ IMPS ਹੈ ਉਹ ਮੋਬਾਈਲ ਬੈਂਕਿੰਗ ਦੇ ਵਿੱਚ ਵੀ ਅਵੇਲੇਬਲ ਹੁੰਦੀ ਹੈ ਆਪਸ਼ਨ। ਹਾਂਜੀ, ਇਹ ਵੀ ਸਹੀ ਹੈ। ਤਾਂ ਚੌਥੀ ਆਪਸ਼ਨ ਹੈ ਜੀ ਆਲ ਆਫ ਦਾ ਅਬਵ, ਮਤਲਬ ਉੱਤੇ ਦਿੱਤੇ ਸਾਰੇ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਲ ਆਫ ਦਾ ਅਬਵ, ਮਤਲਬ ਉੱਪਰ ਦਿੱਤੇ ਜੋ ਸਾਰੇ ਹਨ ਉਹ ਇਸ ਦਾ ਸਹੀ ਆਨਸਰ ਹੈ। ਅਗਲੇ ਕੁਐਸਚਨ 'ਤੇ ਆਉਂਦੇ ਹਾਂ ਜੀ, ਹਾਊ ਆਰ ਦੀ ਡਾਟਾ ਔਰਗਨਾਈਜ਼ਡ ਇਨ ਏ ਸਪਰੈਡਸ਼ੀਟ। ਹਾਂਜੀ, ਸਪਰੈਡਸ਼ੀਟ ਕੀ ਹੁੰਦੀ ਹੈ। ਆਪਣੇ ਕੋਲ ਵੱਖ-ਵੱਖ ਐਪਲੀਕੇਸ਼ਨ ਸੋਫਟਵੇਅਰ ਜੋ ਅਵੇਲੇਬਲ ਹੁੰਦੇ ਹਨ MS ਆਫਿਸ ਸੂਟਕੇਸ ਦੇ ਵਿੱਚ, ਜਿਵੇਂ ਪਾਵਰ ਪੁਆਇੰਟ ਹੋ ਗਿਆ, ਐਕਸਲ ਹੋ ਗਿਆ, ਵਰਡ ਹੋ ਗਿਆ। ਤਾਂ ਉਸ ਦੇ ਵਿੱਚ ਹੀ ਆਪਣੇ ਕੋਲ ਜੋ ਐਕਸਲ ਹੁੰਦਾ ਹੈ, ਐਕਸਲ ਦੇ ਵਿੱਚ ਜੋ ਡਾਟਾ ਹੁੰਦਾ ਹੈ ਉਹ ਆਪਾਂ ਸਪਰੈਡਸ਼ੀਟ ਦੇ ਵਿੱਚ ਕਾਊਂਟ ਕਰਦੇ ਹਾਂ, ਮਤਲਬ ਸਪਰੈਡਸ਼ੀਟਸ ਬਣਦੀਆਂ ਹਨ। ਜਿਸ ਤਰ੍ਹਾਂ ਨਾਲ ਵਰਡ ਵਾਲਾ ਜੋ ਡਾਟਾ ਹੁੰਦਾ ਉਸ ਨੂੰ ਆਪਾਂ ਡਾਕੂਮੈਂਟ ਕਹਿੰਦੇ ਹਾਂ ਅਤੇ ਪਾਵਰ ਪੁਆਇੰਟ ਵਾਲਾ ਜੋ ਡਾਟਾ ਹੁੰਦਾ ਹੈ ਉਸ ਨੂੰ ਆਪਾਂ ਪ੍ਰੈਜੈਂਟੇਸ਼ਨ ਦੇ ਵਿੱਚ ਲਿਖਦੇ ਹਾਂ। ਤਾਂ ਉਸੇ ਤਰ੍ਹਾਂ ਆਪਣੇ ਕੋਲ ਜੋ ਐਕਸਲ ਦਾ ਡਾਟਾ ਹੁੰਦਾ ਹੈ ਉਸ ਨੂੰ ਆਪਾਂ ਸਪਰੈਡਸ਼ੀਟ ਕਹਿੰਦੇ ਹਾਂ। ਤਾਂ ਸਪਰੈਡਸ਼ੀਟ ਜੋ ਹੁੰਦੀ ਹੈ ਉਹ ਡਾਟਾ ਕਿਸ ਤਰ੍ਹਾਂ ਨਾਲ ਔਰਗਨਾਈਜ਼ ਕਰਕੇ ਰੱਖਦੀ ਹੈ, ਮਤਲਬ ਕਿਸ ਤਰ੍ਹਾਂ ਨਾਲ ਉਸ ਦੇ ਵਿੱਚ ਡਾਟਾ ਸਟੋਰ ਹੁੰਦਾ ਹੈ ਕਿਸ ਚੀਜ਼ ਦੇ ਵਿੱਚ। ਪਹਿਲੀ ਆਪਸ਼ਨ ਹੈ ਲਾਈਨਸ ਐਂਡ ਸਪੇਸਿਸ, ਦੂਜੀ ਆਪਸ਼ਨ ਹੈ ਲੇਅਰਸ ਐਂਡ ਪਲੇਨਸ, ਤੀਜੀ ਆਪਸ਼ਨ ਹੈ ਰੋਜ਼ ਐਂਡ ਕਾਲਮਸ, ਚੌਥੀ ਆਪਸ਼ਨ ਹੈ ਜੀ ਹਾਈਟ ਐਂਡ ਵਿਡਥ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਤੀਜੀ ਆਪਣੀ ਰੋਜ਼ ਐਂਡ ਕਾਲਮਸ, ਮਤਲਬ ਰੋਜ਼ ਅਤੇ ਕਾਲਮਸ ਦੇ ਵਿੱਚ ਜੋ ਡਾਟਾ ਹੈ ਇਸ ਦੇ ਵਿੱਚ ਸਪਰੈਡਸ਼ੀਟ ਦੇ ਵਿੱਚ ਸਟੋਰ ਹੁੰਦਾ ਹੈ। ਰੋਜ਼ ਜੋ ਹੁੰਦੀਆਂ ਹਨ ਉਹਨਾਂ ਨੂੰ ਜੋ ਦਰਸਾਇਆ ਜਾਂਦਾ ਹੈ ਉਹ ਕਾਊਂਟਿੰਗ ਦੇ ਵਿੱਚ, ਮਤਲਬ 1 2 3 ਉਸ ਦੇ ਵਿੱਚ ਦਰਸਾਇਆ ਜਾਂਦਾ ਹੈ। ਅਤੇ ਜੋ ਕਾਲਮਸ ਹੁੰਦੇ ਹਨ ਉਹਨਾਂ ਨੂੰ ABC ਇਸ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ, ਮਤਲਬ ਦਰਸਾਇਆ ਜਾਂਦਾ ਹੈ। ਅਗਲੇ ਕੁਐਸਚਨ 'ਤੇ ਚੱਲਦੇ ਹਾਂ ਜੀ ਹੁਣ ਆਪਾਂ। ਇਫ ਯੂ ਵਾਂਟ ਏ ਲੋਗੋ ਟੂ ਅਪੀਅਰ ਔਨ ਐਵਰੀ ਸਲਾਈਡ ਇਨ ਏ ਪ੍ਰੈਜੈਂਟੇਸ਼ਨ ਯੂ ਸ਼ੁੱਡ ਇਨਕਲੂਡ ਇਟ ਔਨ ਦਾ। ਹਾਂਜੀ, ਜੇਕਰ ਤੁਸੀਂ ਪ੍ਰੈਜੈਂਟੇਸ਼ਨ ਦੇ ਬਾਰੇ ਵਿੱਚ ਮੈਂ ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ ਕਿ MS ਆਫਿਸ ਦੇ ਵਿੱਚ ਜੋ ਅਸੀਂ ਪਾਵਰ ਪੁਆਇੰਟ ਦੇ ਵਿੱਚ ਜੋ ਡਾਟਾ ਬਣਾਉਂਦੇ ਹਾਂ ਉਸ ਨੂੰ ਅਸੀਂ ਪ੍ਰੈਜੈਂਟੇਸ਼ਨ ਕਹਿੰਦੇ ਹਾਂ। ਤਾਂ ਪ੍ਰੈਜੈਂਟੇਸ਼ਨ ਦੇ ਵਿੱਚ ਆਪਾਂ ਜੇਕਰ ਹਰ ਇੱਕ ਸਲਾਈਡ ਦੇ ਉੱਪਰ ਆਪਾਂ ਮਤਲਬ ਲੋਗੋ ਲਗਾਉਣਾ ਚਾਹੁੰਦੇ ਹਾਂ ਤਾਂ ਆਪਾਂ ਕਿਹੜੀ ਆਪਸ਼ਨ ਜੋ ਹੈ ਉਸ ਨੂੰ ਯੂਜ਼ ਕਰਦੇ ਹਾਂ। ਇਸ ਦਾ ਜੋ ਆਪਣੇ ਕੋਲੇ ਆਪਸ਼ਨਸ ਨੇ ਜੀ, ਪਹਿਲੀ ਆਪਸ਼ਨ ਹੈ ਸਲਾਈਡ ਟੈਂਪਲੇਟ, ਦੂਜੀ ਆਪਸ਼ਨ ਹੈ ਸਲਾਈਡ ਮਾਸਟਰ, ਤੀਜੀ ਆਪਸ਼ਨ ਹੈ ਸਲਾਈਡ ਡਾਕੂਮੈਂਟ, ਚੌਥੀ ਆਪਸ਼ਨ ਹੈ ਸਲਾਈਡ ਫਾਈਲ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਦੂਜੀ ਆਪਣੇ ਕੋਲੇ ਸਲਾਈਡ ਮਾਸਟਰ। ਸਲਾਈਡ ਮਾਸਟਰ ਦੇ ਵਿੱਚ ਆਪਾਂ ਇਹ ਚੀਜ਼ ਜੋ ਹੈ ਕਰ ਸਕਦੇ ਹਾਂ। ਆਪਸ਼ਨ ਹੁੰਦੀ ਹੈ ਆਪਣੇ ਕੋਲ ਜਿਸ ਵਿੱਚ ਆਪਾਂ ਹਰ ਇੱਕ ਸਲਾਈਡ ਦੇ ਉੱਪਰ ਜੋ ਹੈ ਲੋਗੋ ਦਿਖਾਈ ਦੇਵੇ ਉਹ ਮਤਲਬ ਅਪਲਾਈ ਟੂ ਆਲ ਕਰ ਸਕਦੇ ਹਾਂ। ਚੌਥਾ ਕੁਐਸਚਨ ਹੈ ਜੀ ਆਪਣਾ, ਆਫਿਸ ਆਟੋਮੇਸ਼ਨ ਇਜ਼ ਏ ਪ੍ਰੋਸੈਸ ਦੈਟ ਇਨਵੋਲਵਸ, ਮਤਲਬ ਆਫਿਸ ਆਟੋਮੇਸ਼ਨ ਦੀ ਜੋ ਪ੍ਰੋਸੈਸ ਹੁੰਦੀ ਹੈ ਉਸ ਦੇ ਵਿੱਚ ਆਪਾਂ ਕਿਹੜੀ ਪ੍ਰਕਿਰਿਆ ਜੋ ਹੈ ਉਹ ਸ਼ਾਮਿਲ ਹੁੰਦੀ ਹੈ, ਮਤਲਬ ਕਿਸ ਨੂੰ ਆਪਾਂ ਆਫਿਸ ਆਟੋਮੇਸ਼ਨ ਕਹਿੰਦੇ ਹਾਂ। ਇਸ ਦਾ ਜੀ ਪਹਿਲਾ ਆਪਸ਼ਨ ਹੈ ਆਪਣਾ
ਪੀਪਲ ਪੇਪਰ ਐਂਡ ਪ੍ਰੋਸੀਜਰ, ਦੂਜਾ ਆਪਸ਼ਨ ਹੈ ਮੈਨ ਮਸ਼ੀਨ ਐਂਡ ਮੈਨੇਜਮੈਂਟ, ਤੀਜਾ ਆਪਸ਼ਨ ਹੈ ਜੀ ਪੀਪਲ ਪ੍ਰੋਸੀਜਰ ਐਂਡ ਪ੍ਰੋਡਕਸ਼ਨ। ਹਾਂਜੀ, ਇਸ ਦੇ ਵਿੱਚ ਆਪਣੇ ਕੋਲੇ ਜੋ ਸਹੀ ਆਨਸਰ ਹੈ ਇਸਦਾ ਉਹ ਇਸ ਦੇ ਵਿੱਚ ਨਹੀਂ ਦਰਸਾਇਆ ਗਿਆ, ਆਪਸ਼ਨ ਦੇ ਵਿੱਚ ਰਹਿ ਗਿਆ ਹੈ, ਕਿਉਂਕਿ ਇਹ ਤਿੰਨੋਂ ਹੀ ਨਹੀਂ ਹਨ। ਇਸ ਦਾ ਜੋ ਸਹੀ ਆਨਸਰ ਹੈ ਉਹ ਤੁਸੀਂ ਧਿਆਨ ਨਾਲ ਸੁਣਨਾ ਹੈ। ਇਸ ਦਾ ਜੋ ਆਨਸਰ ਹੈ ਉਹ ਹੈ ਪੀਪਲ ਪ੍ਰੋਸੀਜਰ ਐਂਡ ਟੈਕਨੋਲੋਜੀ, ਮਤਲਬ ਲੋਕ ਵਿਧੀ ਅਤੇ ਟੈਕਨੋਲੋਜੀ ਨਾਲ ਜੋ ਆਪਾਂ ਕੰਮ ਕਰਦੇ ਹਾਂ ਉਸ ਨੂੰ ਆਪਾਂ ਕਹਿੰਦੇ ਹਾਂ ਆਫਿਸ ਆਟੋਮੇਸ਼ਨ। ਆਫਿਸ ਆਟੋਮੇਸ਼ਨ ਦੇ ਵਿੱਚ ਆਪਣੇ ਕੋਲੇ ਮੋਸਟਲੀ ਜੋ ਤਿੰਨ ਜਿਹੜੇ ਸੌਫਟਵੇਅਰ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਚੁੱਕਿਆ, ਐਪਲੀਕੇਸ਼ਨ ਸੌਫਟਵੇਅਰ ਜਿਵੇਂ ਕਿ ਪਾਵਰ ਪੁਆਇੰਟ, ਐਕਸਲ ਅਤੇ ਵਰਡ, ਇਹ ਤਿੰਨੇ ਸੰਚਾਲਿਤ ਹੁੰਦੇ ਹਨ। ਨੈਕਸਟ ਕੁਐਸਚਨ ਹੈ ਜੀ ਆਪਣਾ ਹੁਣ UPS। ਹਾਂਜੀ, UPS ਕੀ ਚੀਜ਼ ਹੈ? UPS ਦੇ ਬਾਰੇ ਵਿੱਚ ਤੁਹਾਡੇ ਤੋਂ ਬਹੁਤ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੋਵੇਗਾ ਕਿ UPS ਕੀ ਹੁੰਦਾ ਹੈ। UPS ਅਨਇੰਟਰਪਟਡ ਪਾਵਰ ਸਪਲਾਈ ਜੋ ਇਸ ਦੀ ਫੁੱਲ ਫਾਰਮ ਹੈ। ਪਹਿਲੀ ਆਪਸ਼ਨ ਹੈ ਜੀ ਇਨਕਰੀਜ਼ ਦਾ ਸਟੋਰੇਜ ਕਪੈਸਿਟੀ ਆਫ ਏ ਕੰਪਿਊਟਰ ਸਿਸਟਮ। ਹਾਂਜੀ, ਕੰਪਿਊਟਰ ਦੀ ਜੋ ਸਟੋਰੇਜ ਸ਼ਮਤਾ ਹੈ ਉਸ ਨੂੰ ਵਧਾਉਂਦਾ ਹੈ। ਦੂਜਾ ਆਪਸ਼ਨ ਹੈ ਜੀ ਇਨਕਰੀਜ਼ ਦਾ ਪ੍ਰੋਸੈਸ ਸਪੀਡ, ਮਤਲਬ ਕਾਰਜ ਦੀ ਗਤੀ ਨੂੰ ਵਧਾ ਦਿੰਦਾ ਹੈ। ਤੀਜਾ ਆਪਸ਼ਨ ਹੈ ਜੀ ਪ੍ਰੋਵਾਈਡਸ ਬੈਕਅਪ ਪਾਵਰ ਇਨ ਦਾ ਇਵੈਂਟ ਆਫ ਪਾਵਰ ਕੱਟ। ਚੌਥਾ ਆਪਸ਼ਨ ਹੈ ਜੀ ਇਨਕਰੀਜ਼ ਇਨਪੁੱਟ ਆਊਟਪੁੱਟ ਡਿਵਾਈਸ ਸਪੀਡ। ਹਾਂਜੀ, ਇਹ ਮਤਲਬ ਜੋ ਇਨਪੁੱਟ ਅਤੇ ਆਊਟਪੁੱਟ ਕਰਨ ਵਾਲੇ ਜੋ ਡਿਵਾਈਸ ਹੁੰਦੇ ਹਨ ਉਹਨਾਂ ਦੀ ਗਤੀ ਨੂੰ ਵਧਾਉਂਦਾ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਤੀਜੀ ਆਪਸ਼ਨ ਜੋ ਹੈ ਇਸ ਦਾ ਸਹੀ ਆਨਸਰ ਹੈ ਪ੍ਰੋਵਾਈਡਸ ਬੈਕਅਪ ਪਾਵਰ ਇਨ ਦਾ ਇਵੈਂਟ ਆਫ ਪਾਵਰ ਕੱਟ। ਮਤਲਬ ਜਦੋਂ ਆਪਣੇ ਕੋਲੇ ਲਾਈਟ ਚਲੀ ਜਾਂਦੀ ਹੈ ਤਾਂ ਇਹ ਬੈਕਅਪ ਪ੍ਰੋਵਾਈਡ ਕਰਵਾਉਂਦਾ ਹੈ ਇਲੈਕਟ੍ਰੀਸਿਟੀ ਦਾ ਤੁਹਾਡੇ ਸਿਸਟਮ ਨੂੰ, ਕੰਪਿਊਟਰ ਨੂੰ, ਉਸ ਨੂੰ ਬੰਦ ਨਹੀਂ ਹੋਣ ਦਿੰਦਾ। ਇਹ ਇਸ ਦੇ ਨਾਲ ਕੀ ਹੁੰਦਾ ਹੈ ਕਿ ਜੋ ਕੰਮ ਅਸੀਂ ਕਰੰਟਲੀ ਕਰ ਰਹੇ ਹਾਂ ਉਸ ਨੂੰ ਅਸੀਂ ਸੇਵ ਕਰ ਸਕਦੇ ਹਾਂ, ਜਾਂ ਫਿਰ ਥੋੜ੍ਹਾ ਟਾਈਮ ਦਾ ਜੇ ਆਪਣੇ ਕੋਲੇ ਕੰਮ ਰਹਿੰਦਾ ਹੈ 20-25 ਮਿੰਟ ਦਾ ਜੋ ਆਪਣੇ ਕੋਲੇ ਬੈਕਅਪ ਹੁੰਦਾ ਹੈ ਉਸ ਦੇ ਵਿੱਚ ਅਸੀਂ ਜੋ ਆਪਣਾ ਕੰਮ ਖਤਮ ਕਰਨਾ ਹੈ ਉਹ ਅਸੀਂ ਕਰ ਸਕਦੇ ਹਾਂ। ਅਗਲਾ ਕੁਐਸਚਨ ਆ ਗਿਆ ਜੀ ਵਿਚ ਇਜ਼ ਦੀ ਡਿਫਾਲਟ ਫਾਈਲ ਐਕਸਟੈਂਸ਼ਨ ਆਫ MS Word 2007 ਫਾਈਲ। ਹਾਂਜੀ, ਐਕਸਟੈਂਸ਼ਨ ਕੀ ਚੀਜ਼ ਹੁੰਦੀ ਹੈ? ਹੁਣ ਐਕਸਟੈਂਸ਼ਨ ਦਾ ਮਤਲਬ ਹੁੰਦਾ ਹੈ ਕਿ ਆਪਣੀ ਜੋ ਫਾਈਲ ਹੈ, ਜੋ ਡਾਟਾ ਆਪਾਂ ਸਟੋਰ ਕਰ ਰਹੇ ਹਾਂ ਉਹ ਕਿਸ ਤਰ੍ਹਾਂ ਦਾ ਹੈ। ਫੋਰ ਐਗਜ਼ਾਮਪਲ ਤੁਸੀਂ ਜੋ ਆਡੀਓ ਫਾਈਲਸ ਹੁੰਦੀਆਂ ਹਨ ਉਹਨਾਂ ਦੇ ਵਿੱਚ MP3 ਲਿਖਿਆ ਜਾਂਦਾ ਹੈ, .MP3। ਜੋ ਤੁਹਾਡੀਆਂ ਪਿਕਚਰਸ ਇਮੇਜਸ ਵਾਲੀਆਂ ਫਾਈਲ ਹੁੰਦੀਆਂ ਹਨ .JPEG ਲਿਖਿਆ ਜਾਂਦਾ ਹੈ ਉਹਨਾਂ 'ਤੇ, ਜਾਂ .JPG ਲਿਖਿਆ ਜਾਂਦਾ ਹੈ। ਉਸੇ ਤਰ੍ਹਾਂ ਆਪਣੇ ਕੋਲੇ MS Word ਦੀ ਜੋ ਫਾਈਲ ਤਿਆਰ ਹੁੰਦੀ ਹੈ ਉਸ ਦੀ ਐਕਸਟੈਂਸ਼ਨ ਕੀ ਹੁੰਦੀ ਹੈ, ਮਤਲਬ ਉਸ ਦੇ ਪਿੱਛੇ ਕੀ ਲਿਖਿਆ ਜਾਂਦਾ ਹੈ, ਜੋ 2007 ਦੀ ਹੁੰਦੀ ਹੈ ਫਾਈਲ, ਮਤਲਬ ਆਫਿਸ MS Word 2007 ਦੀ ਜੋ ਫਾਈਲ ਹੈ। ਪਹਿਲਾ ਆਪਸ਼ਨ ਹੈ ਜੀ .DOC, ਦੂਜਾ ਆਪਸ਼ਨ ਹੈ ਜੀ .docx, ਤੀਜਾ ਆਪਸ਼ਨ ਹੈ ਜੀ .word, ਚੌਥਾ ਆਪਸ਼ਨ ਹੈ ਜੀ .RTF। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਦੂਜੀ .docx। ਅਗਲੇ ਕੁਐਸਚਨ 'ਤੇ ਚੱਲਦੇ ਹਾਂ ਜੀ ਹੁਣ ਆਪਾਂ ਵਿਚ ਸਟੇਟਮੈਂਟ ਇਜ਼ ਵੈਲਿਡ। ਹਾਂਜੀ, ਇਹਨਾਂ ਦੇ ਵਿੱਚੋਂ ਜੋ ਆਪਣੇ ਕੋਲੇ ਡਿਜੀਟਲ ਡਾਟਾ ਹੈ, ਮਤਲਬ ਜੋ ਯੂਨਿਟਸ ਹਨ, ਮੈਮਰੀ ਦੇ ਯੂਨਿਟਸ ਹਨ, ਕਿਹੜੀ ਜੋ ਹੈ ਇਹਨਾਂ ਦੇ ਵਿੱਚੋਂ ਸਹੀ ਹੈ। ਮੈਮਰੀ ਯੂਨਿਟਸ ਤੁਹਾਨੂੰ ਪਤਾ ਹੀ ਹੈ ਕਿ ਜੋ ਡਾਟਾ ਹੈ ਕੰਪਿਊਟਰ ਦੇ ਵਿੱਚ ਉਹ ਬਿਟਸ ਦੀ ਫਾਰਮ ਦੇ ਵਿੱਚ ਸਟੋਰ ਹੁੰਦਾ ਹੈ। ਬਿਟ ਮੀਨਸ 0 ਐਂਡ 1, ਅਤੇ ਇਸ ਤੋਂ ਬਾਅਦ ਬਿਟਸ ਦੇ ਕੰਬੀਨੇਸ਼ਨ ਬਣਦੇ ਹਨ ਜੋ ਅਲੱਗ-ਅਲੱਗ ਹਨ। ਜਿਵੇਂ ਨਿੱਬਲ ਹੁੰਦਾ ਹੈ ਇੱਕ, ਨਿੱਬਲ ਦੇ ਵਿੱਚ ਕੀ ਹੁੰਦਾ ਹੈ 4 ਬਿੱਟਾਂ, ਜੋ 4 ਬਿਟਸ ਦਾ ਜੋ ਸੰਗ੍ਰਹਿ ਹੁੰਦਾ ਹੈ, ਮਤਲਬ 0 1 0 1 ਜਿਵੇਂ 4 ਹੋ ਗਏ ਇਹ, ਤਾਂ ਇਸ ਦੇ ਜੋ ਸੰਗ੍ਰਹਿ ਨੂੰ ਆਪਾਂ ਕੀ ਕਹਿੰਦੇ ਹਾਂ ਨਿੱਬਲ। ਉਸੇ ਤਰ੍ਹਾਂ ਜਦੋਂ 8 ਬਿੱਟਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਬਾਈਟ। ਉਸੇ ਤਰ੍ਹਾਂ ਜਦੋਂ 1024 ਬਾਈਟਸ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਉਹ ਕੀ ਬਣਾਉਂਦੀਆਂ ਹਨ, 1 KB। ਤਾਂ ਇਸ ਦਾ ਜੋ ਵੈਸੇ ਤਾਂ ਮੈਂ ਤੁਹਾਨੂੰ ਸਹੀ ਆਨਸਰ ਜੋ ਹੈ ਉਹ ਦੱਸ ਹੀ ਦਿੱਤਾ ਹੈ, ਅਤੇ ਅੱਗੇ ਵੀ ਚੱਲਦੇ ਹਾਂ ਆਪਾਂ। ਜਿਵੇਂ ਹੁਣ KB ਤੋਂ ਬਾਅਦ ਆ ਜਾਂਦੇ ਨੇ MB ਆ ਜਾਂਦੇ ਨੇ, GB ਆ ਜਾਂਦੇ ਨੇ, TB ਆ ਜਾਂਦੇ ਨੇ, ਟੈਰਾਬਾਈਟ, ਪੀਟਾਬਾਈਟ। ਤਾਂ ਇਹ ਜੋ ਆਪਸ਼ਨਸ ਦੇ ਜੋ ਯੂਨਿਟਸ ਨੂੰ ਮੈਜ਼ਰ ਕਰਨ ਦੇ, ਕੰਪਿਊਟਰ ਦੀ ਮੈਮਰੀ ਨੂੰ ਮੈਜ਼ਰ ਕਰਨ ਦੇ ਜੋ ਯੂਨਿਟਸ ਹਨ ਇਹ ਇਸੇ ਤਰ੍ਹਾਂ ਨਾਲ ਅੱਗੇ ਚੱਲਦੇ ਰਹਿੰਦੇ ਹਨ। ਤਾਂ ਆਪਣੇ ਕੋਲੇ ਜੋ ਇਸ ਦਾ ਆਪਸ਼ਨਸ ਨੇ ਉਹ ਹੈ, ਪਹਿਲੀ ਆਪਸ਼ਨ ਹੈ 1 KB 1024 ਬਾਈਟ ਦੇ ਇਕੁਅਲ ਹੈ। ਦੂਜਾ ਆਪਸ਼ਨ ਹੈ ਜੀ 1 MB 1 ਮੈਗਾਬਾਈਟਸ ਜੋ ਹੈ 2024 ਬਾਈਟਸ ਦੇ ਇਕੁਅਲ ਹੈ। ਤੀਜੀ ਆਪਸ਼ਨ ਹੈ ਜੀ 1 KB ਜੋ 1 ਕਿਲੋਬਾਈਟਸ ਹੈ ਉਹ 1000 ਬਾਈਟਸ ਦੇ ਇਕੁਅਲ ਹੈ। ਚੌਥੀ ਆਪਸ਼ਨ ਹੈ ਜੀ 1 ਮੈਗਾਬਾਈਟ ਜੋ ਹੈ ਉਹ 2000 ਬਾਈਟਸ ਦੇ ਇਕੁਅਲ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਮੈਂ ਪਹਿਲਾਂ ਹੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੱਸ ਚੁੱਕਿਆ ਕਿ 1 ਕਿਲੋ ਬਾਈਟ 1024 ਬਾਈਟਸ ਦੇ ਇਕੁਅਲ ਹੁੰਦਾ ਹੈ। ਤੁਸੀਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਮੈਮਰੀ ਦਾ ਕੁਐਸਚਨ ਬਿਲਕੁਲ ਆ ਜਾਂਦਾ ਹੈ ਤਾਂ ਤੁਸੀਂ ਮੈਮਰੀ ਦੇ ਜੋ ਯੂਨਿਟਸ ਹਨ ਸਾਰੇ, ਠੀਕ ਹੈ, ਉਹ ਤੁਸੀਂ ਯਾਦ ਕਰਨੇ ਹਨ ਕਿ ਕਿਸ ਤਰ੍ਹਾਂ ਨਾਲ ਇਹ ਮੈਮਰੀ ਜੋ ਹੈ ਇਸ ਨੂੰ ਦਰਸਾਇਆ ਜਾਂਦਾ ਹੈ। ਕੰਪਿਊਟਰ ਦੀ ਜੋ ਇੰਟਰਨਲ ਸਟੋਰੇਜ ਮੈਮਰੀ ਹੈ ਉਹ ਕਿਸ ਤਰ੍ਹਾਂ ਨਾਲ ਉਸ ਨੂੰ ਦਰਸਾਇਆ ਜਾਂਦਾ ਹੈ, ਕਿਹੜੇ-ਕਿਹੜੇ ਯੂਨਿਟਸ ਹਨ ਅਤੇ ਉਹਨਾਂ ਦੀ ਕਨਵਰਜ਼ਨ ਕਿਸ ਤਰ੍ਹਾਂ ਨਾਲ ਹੁੰਦੀ ਹੈ।
8वें क्वेश्चन ਤੇ ਆਉਣੇ ਆ ਜੀ ਹੁਣ ਆਪਾਂ। ਦੀ ਬ੍ਰੇਨ ਆਫ ਐਨੀ ਕੰਪਿਊਟਰ ਸਿਸਟਮ ਇਜ਼, ਕਿਸੇ ਵੀ ਕੰਪਿਊਟਰ ਸਿਸਟਮ ਦਾ ਦਿਮਾਗ ਇਹ ਹੁੰਦਾ ਹੈ, ਮਤਲਬ ਕੰਪਿਊਟਰ ਸਿਸਟਮ ਦਾ ਜੋ ਬ੍ਰੇਨ ਹੈ ਉਸ ਕਿਸ ਨੂੰ ਕਿਹਾ ਜਾਂਦਾ ਹੈ। ਬਹੁਤ ਹੀ ਜ਼ਿਆਦਾ ਸੌਖਾ ਕੁਐਸਚਨ ਹੈ ਜੀ ਇਹ, ਮਤਲਬ ਇੱਕ ਚਾਈਲਡ ਮਤਲਬ ਆਪਾਂ ਬੱਚਿਆਂ ਦੇ ਲੈਵਲ ਦਾ ਕੁਐਸਚਨ ਹੈ। ਆਪਾਂ ਨੂੰ ਪਤਾ ਹੀ ਹੈ ਕਿ ਇਸ ਦਾ ਆਨਸਰ ਜੋ ਹੈ CPU ਆਏਗਾ। ਆਪਸ਼ਨ ਤੀਜੀ ਹੈ, ਫਿਰ ਵੀ ਆਪਾਂ ਆਪਸ਼ਨਸ ਪੜ੍ਹ ਲੈਂਦੇ ਹਾਂ। ਆਪਸ਼ਨ ਪਹਿਲੀ ਹੈ UPS, ਦੂਜੀ ਆਪਸ਼ਨ ਹੈ ਮੈਮਰੀ, ਤੀਜੀ ਆਪਸ਼ਨ ਹੈ CPU, ਚੌਥੀ ਆਪਸ਼ਨ ਹੈ ਕੰਟਰੋਲ ਯੂਨਿਟ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਤੀਜੀ CPU। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ 10th ਕੁਐਸਚਨ ਦੇ ਉੱਤੇ। ਇਹ ਡੈਸ਼ ਵੁੱਡ ਹੈਲਪ provide the information a sales manager needs to determine how high to set yearly sales quotes based on increased sales and lowered production cost। ਇੱਕ ਡੈਸ਼ ਉਹ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ ਜੋ ਕਿ ਵਿਕਰੀ ਪ੍ਰਬੰਧਕ ਨੂੰ ਨਿਰਧਾਰਤ ਕਰਨ ਲਈ ਲੋੜੀਂਦੀ ਵਿਕਰੀ ਅਤੇ ਘੱਟ ਉਤਪਾਦਨ ਲਾਗਤ ਅਤੇ ਆਧਾਰ 'ਤੇ ਸਾਲਾਨਾ ਵਿਕਰੀ ਕੋਟਾ ਨਿਰਧਾਰਤ ਕਰਨ ਦਾ ਕਿੰਨਾ ਉੱਚ ਹੈ। ਪਹਿਲਾ ਆਪਸ਼ਨ ਹੈ ਜੀ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ, ਦੂਜਾ ਆਪਸ਼ਨ ਹੈ ਡਿਸੀਜਨ ਸਪੋਰਟ ਸਿਸਟਮ, ਤੀਜਾ ਆਪਸ਼ਨ ਹੈ ਜੀ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ, ਚੌਥਾ ਆਪਸ਼ਨ ਹੈ ਜੀ ਆਫਿਸ ਇਨਫੋਰਮੇਸ਼ਨ ਸਿਸਟਮ। ਹਾਂਜੀ, ਇਹ ਸਾਰੀਆਂ ਦੀਆਂ ਸਾਰੀਆਂ ਜੋ ਆਪਸ਼ਨਸ ਹਨ ਉਹ ਡਿਜੀਟਲ ਸਿਸਟਮਸ ਨਾਲ ਰਿਲੇਟਡ ਹੈ, ਜੋ ਕਿ ਆਪਾਂ ਕਿਸੇ ਵੀ ਮਤਲਬ ਸੰਸਥਾ ਔਰਗਨਾਈਜੇਸ਼ਨ ਕਿਸੇ ਕੰਪਨੀ ਨਾਲ ਰਿਲੇਟਡ ਹਨ। ਤਾਂ ਆਪਾਂ ਨੂੰ ਇਸ ਕੁਐਸਚਨ ਦੇ ਵਿੱਚੋਂ ਪਹਿਲਾਂ ਕੁਐਸਚਨ ਨੂੰ ਸਮਝਣਾ ਹੈ ਕਿ ਉਹ ਕਿਹੜੀ ਚੀਜ਼ ਹੈ, ਕਿਹੜਾ ਸਿਸਟਮ ਹੈ ਜੋ ਆਪਾਂ ਨੂੰ ਇਹ ਮਤਲਬ ਕਿਸੇ ਚੀਜ਼ ਨੂੰ ਆਪਾਂ ਘੱਟ ਉਤਪਾਦਨ ਲਾਗਤ 'ਤੇ ਆਧਾਰਨ ਸਾਲਾਨਾ ਵਿਕਰੀ ਜੋ ਹੈ ਕੋਟਾ ਨਿਰਧਾਰਿਤ ਕਰਨ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦੀ ਹੈ। ਤਾਂ ਪਹਿਲਾ ਆਪਸ਼ਨ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ ਹੈ, ਦੂਜਾ ਡਿਸੀਜਨ ਐਂਡ ਸਪੋਰਟ ਸਿਸਟਮ, ਤੀਜਾ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ, ਚੌਥਾ ਹੈ ਜੀ ਆਫਿਸ ਇਨਫੋਰਮੇਸ਼ਨ ਸਿਸਟਮ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਦੂਜੀ ਆਪਸ਼ਨ ਜੋ ਹੈ ਡਿਸੀਜਨ ਸਪੋਰਟ ਸਿਸਟਮ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਾਂ। 11th ਕੁਐਸਚਨ ਹੈ ਜੀ ਯੂਜ਼ਿੰਗ ਫਾਈਂਡ ਕਮਾਂਡ ਇਨ ਵਰਡ ਵੀ ਕੈਨ ਸਰਚ। ਹਾਂਜੀ, ਫਾਈਂਡ ਕਮਾਂਡ ਜੋ ਹੈ ਆਪਾਂ ਵਰਤ ਕੇ ਆਪਾਂ ਕਿਸ ਚੀਜ਼ ਨੂੰ ਸਰਚ ਕਰ ਸਕਦੇ ਹਾਂ। ਪਹਿਲਾ ਆਪਸ਼ਨ ਹੈ ਕਰੈਕਟਰਸ, ਅੱਖਰ, ਦੂਜਾ ਆਪਸ਼ਨ ਹੈ ਹੋਲ ਵਰਡ, ਤੀਜਾ ਆਪਸ਼ਨ ਹੈ ਸਿੰਬਲਸ, ਚੌਥਾ ਆਪਸ਼ਨ ਹੈ ਆਲ ਆਫ ਦਾ ਅਬਵ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਚੌਥੀ ਆਪਸ਼ਨ ਜੋ ਹੈ ਆਲ ਆਫ ਦਾ ਅਬਵ, ਮਤਲਬ ਸਾਰੇ ਹੀ ਜੋ ਹਨ ਉਹ ਸਰਚ ਹੋ ਜਾਂਦੇ ਹਨ ਫਾਈਂਡ। ਇਸ ਦੀ ਜੋ ਆਪਣੀ ਸ਼ਾਰਟਕਟ ਕੀ ਹੁੰਦੀ ਹੈ ਉਹ ਹੈ Ctrl+F। ਮਤਲਬ ਆਪਾਂ ਕਿਸੇ ਵੀ ਡਾਟੇ ਦੇ ਵਿੱਚੋਂ ਕੋਈ ਵੀ ਚੀਜ਼ ਫਾਈਂਡ ਆਊਟ ਕਰਨੀ ਹੈ ਤਾਂ ਆਪਾਂ Ctrl+F ਜੋ ਹੈ ਸ਼ਾਰਟਕਟ ਵਰਤ ਕੇ ਆਪਾਂ ਸਿੱਧਾ ਉਸ ਦੇ ਵਿੱਚ ਜੋ ਹੈ ਜੋ ਵੀ ਸਰਚ ਕਰਨਾ ਹੈ ਡਾਟਾ ਉਸ ਦੇ ਵਿੱਚ ਭਰ ਕੇ ਆਪਾਂ ਉਸ ਨੂੰ ਸਰਚ ਕਰ ਸਕਦੇ ਹਾਂ। ਅਗਲਾ ਕੁਐਸਚਨ ਹੈ ਜੀ ਵਿਚ ਕੈਟਾਗਰੀ ਆਫ ਕੰਪਿਊਟਰ ਬੇਸਡ ਇਨਫੋਰਮੇਸ਼ਨ ਸਿਸਟਮ ਆਰ ਕਨੈਕਟਡ with improving efficiency by applying information technology to common administrative tasks such as creating business document। yes, ਉਹ ਕਿਹੜੀ ਮਤਲਬ ਕਿਹੜੀ ਕੰਪਿਊਟਰ ਦੀ ਜਿਹੜੀ ਹੈ ਸੂਚਨਾ ਪ੍ਰਣਾਲੀ ਦੀ ਕਿਹੜੀ ਸ਼੍ਰੇਣੀ ਹੈ ਜਿਸ ਦੇ ਵਿੱਚ ਆਪਾਂ ਆਮ ਪ੍ਰਬੰਧਕੀ ਜਿਵੇਂ ਕਿ ਵਪਾਰਕ ਦਸਤਾਵੇਜ਼ ਤਿਆਰ ਕਰਨ ਲਈ ਜਾਣਕਾਰੀ ਟੈਕਨੋਲੋਜੀ ਨੂੰ ਲਾਗੂ ਕਰਨ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਨਾਲ ਸੰਬੰਧਿਤ ਹੈ। ਪਹਿਲਾ ਹੈ ਜੀ ਐਕਸਪਰਟ ਸਿਸਟਮ, ਦੂਜਾ ਹੈ ਬਿਜ਼ਨਸ ਇਨਫੋਰਮੇਸ਼ਨ ਸਿਸਟਮ, ਤੀਜਾ ਹੈ ਜੀ ਸਟ੍ਰੈਟੇਜਿਕ ਇਨਫੋਰਮੇਸ਼ਨ ਸਿਸਟਮ, ਚੌਥਾ ਹੈ ਜੀ ਆਫਿਸ ਆਟੋਮੇਸ਼ਨ ਸਿਸਟਮ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਚੌਥੀ ਆਫਿਸ ਆਟੋਮੇਸ਼ਨ ਸਿਸਟਮ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਾਂ। ਯੂ ਕੈਨ ਸਿਲੈਕਟ ਦੀ ਕਰੰਟ ਰੋ ਇਨ MS ਐਕਸਲ ਵਰਕਸ਼ੀਟ ਬਾਈ ਪ੍ਰੈਸਿੰਗ। ਤੁਸੀਂ MS ਐਕਸਲ ਵਰਕਸ਼ੀਟ ਵਿੱਚ ਮੌਜੂਦਾ ਕਤਾਰ ਨੂੰ ਕਿਹੜੀ ਕੀਜ਼ ਦਬਾ ਕੇ ਚੁਣ ਸਕਦੇ ਹੋ। ਹਾਂਜੀ, ਸ਼ਾਰਟਕਟ ਕੀ ਕਿਹੜੀ ਯੂਜ਼ ਹੁੰਦੀ ਹੈ ਜੇਕਰ ਆਪਾਂ MS ਐਕਸਲ ਦੇ ਵਿੱਚ ਕਰੰਟ ਰੋ ਜਿਸ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਉਸ ਨੂੰ ਆਪਾਂ ਸਿਲੈਕਟ ਕਰਨਾ ਹੋਵੇ ਸਾਰੀ ਦੀ ਸਾਰੀ ਰੋ ਨੂੰ, ਤਾਂ ਕਿਹੜਾ ਸ਼ਾਰਟਕਟ ਕੀ ਯੂਜ਼ ਹੁੰਦਾ ਹੈ। ਪਹਿਲਾ ਆਪਸ਼ਨ ਹੈ ਜੀ Ctrl+Spacebar, ਦੂਜਾ ਆਪਸ਼ਨ ਹੈ ਜੀ F8+ ਐਰੋ ਕੀ, ਤੀਜਾ ਆਪਸ਼ਨ ਹੈ ਜੀ Shift+Spacebar। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਤੀਜਾ Shift+Spacebar। ਨੈਕਸਟ ਕੁਐਸਚਨ ਹੈ ਜੀ 14ਵੇਂ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਾਂ। ਟੂ ਕੁਇਕਲੀ ਪ੍ਰਿੰਟ ਏ ਫਾਈਲ ਪ੍ਰੈਸ। ਹਾਂਜੀ, ਜੇਕਰ ਆਪਾਂ ਕਿਸੇ ਫਾਈਲ ਨੂੰ ਮਤਲਬ ਇੱਕੋ ਦਮ ਮਤਲਬ ਆਪਾਂ ਕਹਿੰਦੇ ਹਾਂ ਵੀ ਜੋ ਫਾਸਟਲੀ ਆਪਾਂ ਕਿਹੜੀ ਕਮਾਂਡ ਨਾਲ ਹੈ ਪ੍ਰਿੰਟ ਕਰ ਸਕਦੇ ਹਾਂ। ਪਹਿਲਾ ਆਪਸ਼ਨ ਹੈ ਜੀ Ctrl+P, ਦੂਜਾ ਆਪਸ਼ਨ ਹੈ Ctrl+S, ਤੀਜਾ ਆਪਸ਼ਨ ਹੈ Ctrl+N, ਚੌਥਾ ਆਪਸ਼ਨ ਹੈ ਜੀ Ctrl+Z। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਪਹਿਲਾ ਜੀ Ctrl+P। ਵੈਸੇ ਇਸ ਦੇ ਵਿੱਚ ਕੰਟਰੋਲ ਦੇ ਜੋ ਸਪੈਲਿੰਗ ਹਨ ਉਹ ਗਲਤ ਲਿਖੇ ਗਏ ਹਨ
ਜੇਕਰ ਆਪਾਂ ਅਕੋਰਡਿੰਗ ਟੂ ਕੀਬੋਰਡ ਸਕਿੱਲ, ਕੀਬੋਰਡਿੰਗ ਦੇ ਹਿਸਾਬ ਨਾਲ ਦੇਖੀਏ ਤਾਂ ਕੰਟਰੋਲ ਜੋ ਹੈ ਉਸ ਨੂੰ CTRL ਇਸ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ। CTRL ਜੋ ਕੀਬੋਰਡ ਦੇ ਉੱਪਰ ਵੀ ਆਪਣੇ ਕੋਲੇ ਇਸ ਅੱਖਰਾਂ ਦੇ ਨਾਲ ਮੈਂਸ਼ਨ ਹੁੰਦਾ ਹੈ ਕੰਟਰੋਲ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਆਟੋਮੇਸ਼ਨ ਟੂਲ। ਹਾਂਜੀ, ਆਫਿਸ ਆਟੋਮੇਸ਼ਨ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜਾ ਜੋ ਟੂਲ ਹੈ ਉਹ ਨਹੀਂ ਹੈ। ਪਹਿਲਾ ਆਪਸ਼ਨ ਹੈ ਜੀ ਆਪਰੇਟਿੰਗ ਸਿਸਟਮ, ਦੂਜਾ ਆਪਸ਼ਨ ਹੈ ERP ਟੂਲਸ, ਤੀਜਾ ਆਪਸ਼ਨ ਹੈ ਜੀ CRM ਟੂਲਸ, ਚੌਥਾ ਆਪਸ਼ਨ ਹੈ SCM ਟੂਲਸ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਪਹਿਲਾ ਜੋ ਹੈ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਹੈ, ਜੋ ਪੂਰੇ ਦੇ ਪੂਰੇ ਸਿਸਟਮ ਨੂੰ ਚਲਾਉਣ ਦੇ ਵਿੱਚ, ਮੈਨੇਜ ਕਰਨ ਦੇ ਵਿੱਚ, ਫੰਕਸ਼ਨ ਕਰਨ ਦੇ ਵਿੱਚ ਜੋ ਆਪਾਂ ਨੂੰ ਸਹਾਇਤਾ ਕਰਦਾ ਹੈ, ਹੈਲਪ ਕਰਦਾ ਹੈ, ਉਸ ਨੂੰ ਆਪਾਂ ਆਪਰੇਟਿੰਗ ਸਿਸਟਮ ਕਹਿੰਦੇ ਹਾਂ। ਜੋ ਕਿ ਇੱਕ ਯੂਜ਼ਰ ਦੇ ਵਿੱਚ ਮਤਲਬ ਜੋ ਕਿਸੇ ਸਿਸਟਮ ਨੂੰ ਵਰਤ ਰਿਹਾ ਹੁੰਦਾ ਉਸ ਦੇ ਵਿੱਚ ਅਤੇ ਯੂਜ਼ਰ ਦੇ ਵਿੱਚ ਜੋ ਇੱਕ ਸੰਬੰਧ ਬਣਾਉਂਦਾ ਹੈ ਉਹ ਆਪਰੇਟਿੰਗ ਸਿਸਟਮ ਹੁੰਦਾ ਹੈ। ਜਿਵੇਂ ਕਿ ਤੁਹਾਡੇ ਸਾਰੇ ਮੋਬਾਈਲ ਹੁੰਦੇ ਹਨ ਜੋ ਆਪਰੇਟਿੰਗ ਸਿਸਟਮ ਉਹਨਾਂ ਦੇ ਵਿੱਚ ਯੂਜ਼ ਹੁੰਦੇ ਹਨ ਅਲੱਗ-ਅਲੱਗ, ਜਿਸ ਤਰ੍ਹਾਂ ਨਾਲ ਕਿ ਜੋ ਐਪਲ ਦੇ ਫੋਨ ਆਉਂਦੇ ਹਨ ਉਹਨਾਂ ਦੇ ਵਿੱਚ iOS ਜੋ ਆਪਰੇਟਿੰਗ ਸਿਸਟਮ ਯੂਜ਼ ਹੁੰਦਾ ਹੈ। ਨੋਕੀਆ ਦੇ ਜੋ ਫੋਨ ਸਨ ਉਹਨਾਂ ਦੇ ਵਿੱਚ ਸੈਂਬੀਅਨ ਜੋ ਆਪਰੇਟਿੰਗ ਸਿਸਟਮ ਯੂਜ਼ ਹੁੰਦਾ ਸੀ, ਅਤੇ ਸੈਮਸੰਗ ਦੇ ਜੋ ਫੋਨ ਹਨ ਉਹਨਾਂ ਦੇ ਵਿੱਚ ਐਂਡਰੋਇਡ ਬੇਸਡ ਜੋ ਆਪਰੇਟਿੰਗ ਸਿਸਟਮ ਹੈ ਉਹ ਯੂਜ਼ ਹੁੰਦਾ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। 16ਵਾਂ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਹੋਲਡਸ ਦਾ ਰੋਮ, CPU, ਰੈਮ ਐਂਡ ਐਕਸਪੈਂਸ਼ਨ ਕਾਰਡਸ। ਹਾਂਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਰੋਮ, CPU ਅਤੇ ਰੈਮ ਜੋ ਐਕਸਪੈਂਸ਼ਨ ਕਾਰਡਸ ਹਨ ਉਹ ਕਿਸ ਉੱਪਰ ਹੁੰਦੇ ਹਨ ਇਹਨਾਂ ਦੇ ਵਿੱਚੋਂ। ਪਹਿਲਾ ਆਪਸ਼ਨ ਹੈ ਜੀ ਹਾਰਡ ਡਿਸਕ, ਦੂਜਾ ਆਪਸ਼ਨ ਹੈ ਫਲੋਪੀ, ਤੀਜਾ ਆਪਸ਼ਨ ਹੈ ਮਦਰਬੋਰਡ, ਚੌਥਾ ਆਪਸ਼ਨ ਹੈ ਨਨ ਆਫ ਦੀਜ਼। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਤੀਜਾ ਮਦਰਬੋਰਡ। ਮਦਰਬੋਰਡ ਦੇ ਉੱਪਰ ਆਪਾਂ ਨੂੰ ਪਤਾ ਹੀ ਹੈ ਕਿ ਸਾਰੀਆਂ ਦੀਆਂ ਸਾਰੀਆਂ ਜੋ ਚਿਪਸ ਹਨ, ਜੋ ਸਰਕਿਟਸ ਹਨ, ਜੋ ਛੋਟੇ ਛੋਟੇ ਕਨੈਕਸ਼ਨਸ ਹਨ, ਜੋ ਵਾਇਰਸ ਦੇ ਕਨੈਕਸ਼ਨਸ ਹਨ, ਉਹ ਸਾਰੇ ਦੇ ਸਾਰੇ ਮਦਰਬੋਰਡ ਦੇ ਉੱਪਰ ਆਪਣੇ ਕੋਲੇ ਅਵੇਲੇਬਲ ਹੁੰਦੇ ਹਨ। ਤਾਂ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਮਦਰਬੋਰਡ। 17ਵਾਂ ਕੁਐਸਚਨ ਹੈ ਜੀ, ਆਪਰੇਟਿੰਗ ਸਿਸਟਮ ਕੀ ਹੈ। ਹਾਂਜੀ, ਵੈਸੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਆਪਰੇਟਿੰਗ ਸਿਸਟਮ ਕੀ ਹੈ। ਪਹਿਲਾ ਆਪਸ਼ਨ ਹੈ ਜੀ ਇਹ ਕਲੈਕਸ਼ਨ ਆਫ ਹਾਰਡਵੇਅਰ ਕੰਪੋਨੈਂਟਸ, ਦੂਜਾ ਆਪਸ਼ਨ ਹੈ ਜੀ ਇਹ ਕਲੈਕਸ਼ਨ ਆਫ ਸੌਫਟਵੇਅਰ ਰੂਟੀਨਸ, ਤੀਜਾ ਆਪਸ਼ਨ ਹੈ ਇਹ ਕਲੈਕਸ਼ਨ ਆਫ ਇਨਪੁਟ ਆਊਟਪੁੱਟ ਡਿਵਾਈਸਿਸ, ਚੌਥਾ ਆਪਸ਼ਨ ਹੈ ਜੀ ਨਨ ਆਫ ਦੀਜ਼। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਦੂਜਾ ਇਹ ਕਲੈਕਸ਼ਨ ਆਫ ਸੌਫਟਵੇਅਰ ਰੂਟੀਨਸ। ਹਾਂਜੀ, ਸੌਫਟਵੇਅਰ ਰੂਟੀਨਸ ਮਤਲਬ ਜੋ ਅਲੱਗ-ਅਲੱਗ ਜੋ ਮਤਲਬ ਸਿਸਟਮ ਹੁੰਦੇ ਹਨ ਜਿਨ੍ਹਾਂ ਨੂੰ ਉਹ ਵਰਕ ਕਰਵਾਉਂਦਾ ਹੈ, ਫੰਕਸ਼ਨੈਲਿਟੀ ਨਾਲ ਰਿਲੇਟਡ, ਕੰਪਿਊਟਰ ਦੀ ਸਟੋਰੇਜ ਨਾਲ ਰਿਲੇਟਡ ਹੋ ਗਏ, ਕੰਪਿਊਟਰ ਦੇ ਹਾਰਡਵੇਅਰ ਜੋ ਹਨ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਜੋ ਵਰਕ ਹੈ ਪ੍ਰੋਵਾਈਡ ਕਰਵਾਉਣਾ ਹੈ, ਕੰਪਿਊਟਰ ਦੇ ਵਿੱਚ ਜੋ ਡਾਟਾ ਦੀ ਕੰਟਰੋਲਿੰਗ ਹੈ, ਪ੍ਰੋਸੈਸਿੰਗ ਹੈ, ਉਹ ਕਿਸ ਤਰ੍ਹਾਂ ਨਾਲ ਮੈਨੇਜ ਕਰਨੀ ਹੈ, ਇਹ ਸਾਰੇ ਦਾ ਸਾਰਾ ਕੰਮ ਜੋ ਹੈ ਉਹ ਇੱਕ ਆਪਰੇਟਿੰਗ ਸਿਸਟਮ ਪ੍ਰੋਵਾਈਡ ਕਰਵਾਉਂਦਾ ਹੈ ਕੰਪਿਊਟਰ ਨੂੰ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਇਹ ਸਟੈਪ ਬਾਈ ਸਟੈਪ ਪ੍ਰੋਸੀਜਰ ਯੂਜ਼ ਟੂ ਸੋਲਵ ਏ ਪ੍ਰੋਬਲਮ ਇਜ਼ ਕਾਲਡ। ਹਾਂਜੀ, ਜਦੋਂ ਆਪਾਂ ਕਿਸੇ ਕੰਮ ਨੂੰ ਸਟੈਪ ਬਾਈ ਸਟੈਪ, ਕਿਸੇ ਸਮੱਸਿਆ ਦੇ ਹੱਲ ਨੂੰ ਸਟੈਪ ਬਾਈ ਸਟੈਪ ਸੋਲਵ ਕਰਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਕੰਪਿਊਟਰ ਦੀ ਭਾਸ਼ਾ ਦੇ ਵਿੱਚ। ਪਹਿਲਾ ਆਪਸ਼ਨ ਹੈ ਜੀ ਆਪਰੇਟਿੰਗ ਸਿਸਟਮ, ਦੂਜਾ ਆਪਸ਼ਨ ਹੈ ਐਪਲੀਕੇਸ਼ਨ ਪ੍ਰੋਗਰਾਮ, ਤੀਜਾ ਆਪਸ਼ਨ ਹੈ ਜੀ ਨਨ ਆਫ ਦਾ ਅਬਵ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਇਸ ਦੇ ਵਿੱਚ ਨਹੀਂ ਹੈ। ਆਪਸ਼ਨਸ ਦੇ ਵਿੱਚ ਮਾफ़ ਕਰਨਾ ਕਿਉਂਕਿ ਕਈ ਵਾਰ ਡਾਟਾ ਜੋ ਬਣਾਉਣ ਸਮੇਂ ਗਲਤੀ ਹੋ ਜਾਂਦੀ ਹੈ ਥੋੜ੍ਹੀ ਜਿਹੀ। ਐਲਗੋਰਿਦਮ ਜੋ ਹੁੰਦਾ ਹੈ, ਐਲਗੋਰਿਦਮ, ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਐਲਗੋਰਿਦਮ, ALGORITHM। ਐਲਗੋਰਿਦਮ ਜੋ ਹੁੰਦਾ ਹੈ ਇੱਕ ਬੇਸਿਕ ਜੋ ਮਤਲਬ ਆਪਾਂ ਰਿਟਨ ਇੱਕ ਡਾਕੂਮੈਂਟ ਕਹਿ ਸਕਦੇ ਹਾਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਜੋ ਲਿਖਿਆ ਜਾਂਦਾ ਹੈ ਉਸ ਨੂੰ ਆਪਾਂ ਐਲਗੋਰਿਦਮ ਕਹਿੰਦੇ ਹਾਂ। ਕਿ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਸਟੈਪ ਬਾਈ ਸਟੈਪ ਜੋ ਇੱਕ ਪ੍ਰੋਸੀਜਰ ਹੈ, ਇੱਕ ਰਿਟਨ ਡਾਕੂਮੈਂਟ ਜੋ ਤਿਆਰ ਕੀਤਾ ਜਾਂਦਾ ਹੈ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਦੇ ਲਈ ਕੰਪਿਊਟਰ ਦੇ ਵਿੱਚ ਕੋਈ ਵੀ ਆਪਾਂ ਜੋ ਕੰਮ ਕਰਵਾਉਣਾ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ ਹੁਣ ਆਪਾਂ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਹਾਰਡਵੇਅਰ ਡਿਵਾਈਸ। ਇਹਨਾਂ ਦੇ ਵਿੱਚੋਂ ਕਿਹੜਾ ਜੋ ਹੈ ਇੱਕ ਹਾਰਡਵੇਅਰ ਡਿਵਾਈਸ ਨਹੀਂ ਹੈ। ਪਹਿਲਾ ਆਪਸ਼ਨ ਹੈ ਮੈਗਨੈਟਿਕ ਟੇਪ। ਹਾਂਜੀ, ਇਹ ਤਾਂ ਇੱਕ ਪਤਾ ਹੀ ਹੈ ਤੁਹਾਨੂੰ, ਮੈਗਨੈਟਿਕ ਟੇਪ ਜੋ ਹੈ ਇੱਕ ਹਾਰਡਵੇਅਰ ਹੈ। ਦੂਜਾ ਆਪਸ਼ਨ ਹੈ ਜੀ ਪ੍ਰਿੰਟਰ, ਪ੍ਰਿੰਟਰ ਵੀ ਪਤਾ ਹੈ ਹਾਰਡਵੇਅਰ ਹੈ ਕਿਉਂਕਿ ਆਪਾਂ ਇਸ ਨੂੰ ਦੇਖ ਸਕਦੇ ਹਾਂ ਅਤੇ ਟੱਚ ਕਰ ਸਕਦੇ ਹਾਂ। ਚੌਥਾ ਆਪਸ਼ਨ ਹੈ ਵੀਡੀਓ ਟਰਮੀਨਲ, ਮਤਲਬ ਵੀਡੀਓ ਡਿਸਪਲੇ ਯੂਨਿਟ। ਹਾਂਜੀ, ਮੋਨੀਟਰਸ ਆ ਗਏ, LCDs ਆ ਗਈਆਂ, ਜੋ ਵੀ ਨੇ ਉਹ ਵੀਡੀਓ ਦੇ ਵਿੱਚ ਆਉਂਦੇ ਹਨ। ਤਾਂ ਇਹ ਵੀ ਇੱਕ ਹਾਰਡਵੇਅਰ ਸਿਸਟਮ ਹੈ, ਇਹਨਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਨੈਕਸਟ ਹੈ ਅਸੈਂਬਲਰ। ਅਸੈਂਬਲਰ ਕੀ ਹੁੰਦਾ ਹੈ। ਹਾਂਜੀ, ਜੋ ਕੰਪਿਊਟਰ ਦੀ ਲੈਂਗੁਏਜ ਹੈ, ਅਸੈਂਬਲੀ ਲੈਂਗੁਏਜ, ਉਸ ਨੂੰ ਜੋ ਟਰਾਂਸਲੇਟ ਕਰਦਾ ਹੈ ਉਸ ਨੂੰ ਆਪਾਂ ਅਸੈਂਬਲਰ ਕਹਿੰਦੇ ਹਾਂ। ਅਸੈਂਬਲਰ ਕੋਈ ਹਾਰਡਵੇਅਰ ਨਹੀਂ ਹੈ, ਇਹ ਇੱਕ
ਸੌਫਟਵੇਅਰ ਹੈ ਜੋ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਅਸੈਂਬਲੀ ਦੀਆਂ ਜੋ ਇੰਸਟਰਕਸ਼ਨਸ ਹਨ ਉਹਨਾਂ ਨੂੰ ਸਪੈਸੀਫਾਈ ਕੀਤਾ ਜਾਂਦਾ ਹੈ, ਉਹਨਾਂ ਨੂੰ ਡਿਫਾਈਨ ਕੀਤਾ ਜਾਂਦਾ ਹੈ। ਤਾਂ ਅਸੈਂਬਲਰ ਜੋ ਹੈ ਇੱਕ ਸੌਫਟਵੇਅਰ ਹੈ। ਤਾਂ ਇਹ ਜੋ ਹੈ ਆਪਣਾ ਸਹੀ ਆਨਸਰ ਹੈ ਆਪਸ਼ਨ ਚੌਥੀ ਜੋ ਹੈ। 20ਵੇਂ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਾਂ। ਇਹ ਕੰਪਿਊਟਰ ਕੈਨ ਨੋਟ ਬੂਟ ਇਫ ਇਟ ਡਜ਼ ਨੋਟ ਹੈਵ ਦਾ, ਹਾਂਜੀ ਬੂਟਿੰਗ ਮਤਲਬ ਬੂਟਿੰਗ ਕੌਣ ਪ੍ਰੋਵਾਈਡ ਕਰਵਾਉਂਦਾ ਹੈ? ਕੰਪਿਊਟਰ ਬੂਟ ਪਤਾ ਹੈ ਤੁਹਾਨੂੰ ਕੀ ਹੁੰਦਾ ਹੈ ਕੰਪਿਊਟਰ ਦਾ? ਜਦੋਂ ਆਪਾਂ ਕੰਪਿਊਟਰ ਨੂੰ ਸਟਾਰਟ ਕਰਦੇ ਹਾਂ, ਪਾਵਰ ਵਾਲਾ ਬਟਨ ਜੋ ਔਨ ਹੁੰਦਾ ਹੈ, ਤਾਂ ਕੰਪਿਊਟਰ ਇੱਕੋ ਦਮ ਸਟਾਰਟ ਨਹੀਂ ਹੁੰਦਾ। ਉਹ ਕੰਪਿਊਟਰ ਜੋ ਹੈ ਇੱਕ ਦੋ ਆਪਣਾ 30 ਸੈਕਿੰਡ ਜਾਂ ਇੱਕ ਮਿੰਟ ਦਾ ਟਾਈਮ ਜੋ ਹੈ ਉਹ ਲਗਾਉਂਦਾ ਹੈ। ਤਾਂ ਉਹ ਸਾਰਾ ਜੋ ਟਾਈਮ ਹੁੰਦਾ ਹੈ ਉਹ ਬੂਟਿੰਗ ਸਿਸਟਮ ਹੁੰਦਾ ਹੈ। ਮਤਲਬ ਬੂਟ ਟਾਈਮ ਜੋ ਹੈ ਉਹ ਹੁੰਦਾ ਹੈ ਕਿ ਕੰਪਿਊਟਰ ਕੀ ਕਰਦਾ ਹੈ, ਜੋ ਫਾਈਲਸ ਹਨ ਉਹਨਾਂ ਨੂੰ ਲੋਡ ਕਰਦਾ ਹੈ, ਮਤਲਬ ਰਾਈਟ ਕਰਦਾ ਹੈ। ਸਾਰੀ ਜੋ ਫੰਕਸ਼ਨੈਲਿਟੀ ਹੈ ਉਸ ਨੂੰ ਇੱਕ ਤਰ੍ਹਾਂ ਨਾਲ ਜੋ ਸਲੀਪ ਮੋਡ ਦੇ ਵਿੱਚ ਹੁੰਦੀ ਹੈ ਉਸ ਨੂੰ ਐਕਟਿਵ ਕਰਦਾ ਹੈ। ਉਸ ਨੂੰ ਆਪਾਂ ਬੂਟਿੰਗ ਕਹਿੰਦੇ ਹਾਂ। ਤਾਂ ਬੂਟਿੰਗ ਇੱਕ ਕੰਪਿਊਟਰ ਬੂਟ ਨਹੀਂ ਕਰ ਸਕਦਾ ਜੇਕਰ ਉਸ ਵਿੱਚ ਕੀ ਨਾ ਹੋਵੇ ਕਿ ਉਹ ਬੂਟ ਨਹੀਂ ਕਰ ਸਕਦਾ। ਪਹਿਲਾ ਆਪਸ਼ਨ ਹੈ ਜੀ ਕੰਪਾਈਲਰ, ਦੂਜਾ ਆਪਸ਼ਨ ਹੈ ਲੋਡਰ, ਤੀਜਾ ਆਪਸ਼ਨ ਹੈ ਆਪਰੇਟਿੰਗ ਸਿਸਟਮ, ਚੌਥਾ ਆਪਸ਼ਨ ਹੈ ਅਸੈਂਬਲਰ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਦੂਜਾ ਲੋਡਰ। ਲੋਡਰ ਜੋ ਹੈ ਉਹ ਬੂਟਿੰਗ ਦੇ ਵਿੱਚ ਪ੍ਰੋਵਾਈਡ ਆਪਾਂ ਨੂੰ ਕਰਵਾਉਂਦਾ, ਮਤਲਬ ਬੂਟਿੰਗ ਜੋ ਹੈ ਲੋਡਰ ਹੀ ਉਸ ਨੂੰ ਐਕਟਿਵ ਕਰਵਾਉਂਦਾ ਹੈ ਬੂਟਿੰਗ ਨੂੰ। 21ਵਾਂ ਕੁਐਸਚਨ ਹੈ ਜੀ ਮਲਟੀਪਲ ਚੁਆਇਸ ਐਗਜ਼ਾਮੀਨੇਸ਼ਨ ਆਨਸਰ ਸ਼ੀਟਸ ਕੈਨ ਬੀ ਇਵੈਲੂਏਟਡ ਆਟੋਮੈਟਿਕਲੀ ਬਾਏ, ਹਾਂਜੀ ਜੋ MCQ ਬੇਸਡ ਜੋ OMR ਸ਼ੀਟਸ ਜੋ ਆਪਣੇ ਕੋਲੇ ਹੁੰਦੀਆਂ ਹਨ ਉਹਨਾਂ ਨੂੰ ਚੈੱਕ ਕਰਨ ਦੇ ਲਈ ਆਪਣਾ ਕਿਹੜਾ ਸਿਸਟਮ ਜੋ ਹੈ ਕੰਪਿਊਟਰ ਦਾ ਉਹ ਵਰਤਿਆ ਜਾਂਦਾ ਹੈ? ਪਹਿਲਾ ਹੈ ਜੀ ਆਪਟੀਕਲ ਮਾਰਕ ਰੀਡਰ, ਦੂਜਾ ਆਪਸ਼ਨ ਹੈ ਆਪਟੀਕਲ ਕਰੈਕਟਰ ਰੀਡਰ, ਤੀਜਾ ਆਪਸ਼ਨ ਹੈ ਜੀ ਮੈਗਨੈਟਿਕ ਟੇਪ ਰੀਡਰ, ਚੌਥਾ ਆਪਸ਼ਨ ਹੈ ਜੀ ਮੈਗਨੈਟਿਕ ਇੰਕ ਕਰੈਕਟਰ ਰੀਡਰ। ਤਾਂ ਇਸ ਦਾ ਜੋ ਆਪਣਾ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਏ ਆਪਟੀਕਲ ਮਾਰਕ ਰੀਡਰ। ਹਾਂਜੀ ਆਪਟੀਕਲ ਮਾਰਕ ਰੀਡਰ ਤੋਂ ਤੁਸੀਂ OMR ਸ਼ੀਟ, ਠੀਕ ਹੈ OMR ਦਾ ਮਤਲਬ ਹੀ ਆਪਟੀਕਲ ਮਾਰਕ ਰੀਡਰ ਹੈ। ਤਾਂ ਜੋ ਡਿਵਾਈਸ ਇਸ ਨੂੰ ਰੀਡ ਕਰਦਾ ਹੈ ਉਸ ਨੂੰ ਆਪਾਂ OMR ਬੋਲਦੇ ਹਾਂ, ਤਾਂ ਹੀ ਉਸ ਨੂੰ OMR ਸ਼ੀਟ ਕਿਹਾ ਜਾਂਦਾ ਹੈ, ਮਤਲਬ ਉਹ ਉਸ ਨੂੰ ਰੀਡ ਆਊਟ ਕਰਦਾ ਹੈ। ਅਗਲਾ ਕੁਐਸਚਨ ਹੈ ਜੀ 22ਵਾਂ ਕੁਐਸਚਨ, ਦੀ ਪ੍ਰੋਸੈਸ ਆਫ ਰਿਟੇਨਿੰਗ ਡਾਟਾ ਫॉर ਫਿਊਚਰ ਯੂਜ਼ ਇਜ਼ ਕਾਲਡ, ਹਾਂਜੀ ਜੇਕਰ ਆਪਾਂ ਕਿਸੇ ਡਾਟਾ ਨੂੰ ਫਿਊਚਰ ਦੇ ਵਿੱਚ ਯੂਜ਼ ਕਰਨਾ ਹੈ ਤਾਂ ਉਸ ਨੂੰ ਸਾਂਭ ਕੇ ਰੱਖਣ ਦੇ ਲਈ ਜੋ ਤਰੀਕਾ ਵਰਤਿਆ ਜਾਂਦਾ ਉਸ ਨੂੰ ਕੀ ਕਿਹਾ ਜਾਂਦਾ ਹੈ? ਬਿਲਕੁਲ ਸੌਖਾ ਕੁਐਸਚਨ ਹੈ ਜੀ, ਰੀਡਿੰਗ, ਰਾਈਟਿੰਗ, ਸਟੋਰਿੰਗ, ਕੋਡਿੰਗ। ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਉਹ ਆਪਸ਼ਨ ਤੀਜੀ ਜੋ ਹੈ ਸਟੋਰਿੰਗ। 23ਵਾਂ ਕੁਐਸਚਨ ਹੈ ਜੀ 23ਵਾਂ ਕੁਐਸਚਨ ਜੋ ਹੈ ਇੱਥੇ ਡਿਸਪਲੇ ਨਹੀਂ ਹੋਇਆ, ਤਾਂ ਮੈਂ ਇਸ ਦਾ ਕੁਐਸਚਨ ਵੈਸੇ ਤੁਹਾਨੂੰ ਦੱਸ ਦਿੰਦਾ ਹਾਂ ਕਿ ਕੁਐਸਚਨ ਕੀ ਬਣੇਗਾ, ਕਿਉਂਕਿ ਆਨਸਰ ਤੋਂ ਮੈਨੂੰ ਥੋੜੀ ਜੱਜਮੈਂਟ ਹੈ। ਡਰੈਗਿੰਗ ਇਸ ਦਾ ਜੋ ਸਹੀ ਆਨਸਰ ਹੈ। ਡਰੈਗਿੰਗ ਦਾ ਮੀਨਿੰਗ ਕੀ ਹੁੰਦਾ ਹੈ ਕਿ ਜੇਕਰ ਆਪਾਂ ਜੋ ਸਕਰੀਨ ਹੈ, ਜੋ ਡਾਟਾ ਹੈ ਉਸ ਨੂੰ ਆਪਾਂ ਮਤਲਬ ਨੈਵੀਗੇਟ ਕਰਵਾਉਣਾ ਹੈ, ਮਤਲਬ ਉੱਪਰ ਨੀਚੇ ਕਰਨਾ ਹੈ, ਜਿਵੇਂ ਕਿ ਮੈਂ ਹੁਣ ਵੀਡੀਓ ਦੇ ਵਿੱਚ ਕਰ ਰਿਹਾ ਹਾਂ, ਤਾਂ ਇਸ ਤਰੀਕੇ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਦਾ ਜੋ ਆਨਸਰ ਆਏਗਾ ਉਹ ਆਏਗਾ ਡਰੈਗਿੰਗ। 24ਵਾਂ ਕੁਐਸਚਨ ਹੈ ਜੀ ਹੁਣ ਸਪੈਸ਼ਲ ਐਫਰਟਸ ਯੂਜ਼ ਟੂ ਇੰਟਰੋਡਿਊਸ ਸਲਾਈਡਸ ਇਨ ਏ ਪ੍ਰੈਜੈਂਟੇਸ਼ਨ ਆਰ ਕਾਲਡ, ਹਾਂਜੀ ਸਪੈਸ਼ਲ ਇਫੈਕਟਸ ਜੋ ਆਪਾਂ ਕਿਸੇ ਸਲਾਈਡ ਦੇ ਵਿੱਚ ਲਗਾਉਂਦੇ ਹਾਂ, ਸਪੈਸ਼ਲ ਇਫੈਕਟਸ ਮਤਲਬ ਕੋਈ ਫੇਡ ਹੋ ਕੇ ਆਉਂਦਾ ਹੈ ਕਲਰ, ਜਾਂ ਕੋਈ ਜੰਪ ਕਰਕੇ ਜੋ ਆਪਣੇ ਕਰੈਕਟਰਸ ਆਉਂਦੇ ਹਨ, ਜਾਂ ਪਿਕਚਰਸ ਨੇ ਜੋ ਫੇਡ ਹੋ ਕੇ ਜਾਂ ਫੇਡ ਹੋਣ ਤੋਂ ਬਾਅਦ ਡਿਸਪਲੇ ਹੋ ਰਹੀਆਂ ਹਨ। ਜਿਵੇਂ ਕਿ ਤੁਸੀਂ ਜੋ ਪੁਰਾਣੇ ਜੋ ਮੂਵੀ ਸਟਾਈਲ ਸੀਗੇ, ਮਤਲਬ ਜੋ ਕੰਪਿਊਟਰ ਦੇ ਵਿੱਚ ਮੂਵੀਜ਼ ਬਣਦੀਆਂ, ਆਪਣਾ ਮੈਰਿਜ ਦੀਆਂ ਜੋ ਮੂਵੀਜ਼ ਵਗੈਰਾ ਬਣਦੀਆਂ ਸੀ ਉਸ ਦੇ ਵਿੱਚ ਜੋ ਇਫੈਕਟਸ ਯੂਜ਼ ਹੁੰਦੇ ਸਨ, ਠੀਕ ਹੈ ਉਸ ਤਰ੍ਹਾਂ ਦੇ ਇਫੈਕਟਸ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪਹਿਲਾ ਆਪਸ਼ਨ ਹੈ ਇਫੈਕਟਸ, ਦੂਜਾ ਆਪਸ਼ਨ ਹੈ ਕਸਟਮ ਐਨੀਮੇਸ਼ਨ, ਤੀਜਾ ਆਪਸ਼ਨ ਹੈ ਟ੍ਰਾਂਜੀਸ਼ਨ, ਚੌਥਾ ਆਪਸ਼ਨ ਹੈ ਪ੍ਰੈਜੈਂਟ ਐਨੀਮੇਸ਼ਨ। ਤਾਂ ਇਸ ਦਾ ਜੋ ਸਹੀ ਆਪਸ਼ਨ ਹੈ ਜੀ ਉਹ ਹੈ ਇਫੈਕਟਸ। ਪਹਿਲਾ ਆਪਸ਼ਨ ਜੋ ਹੈ ਇਸ ਦਾ ਸਹੀ ਆਨਸਰ ਹੈ 24ਵੇਂ ਦਾ। 25ਵੇਂ ਕੁਐਸਚਨ ਤੇ ਚੱਲਦੇ ਆ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਕੰਪੋਨੈਂਟ ਆਫ CPU, ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਹਿੱਸਾ ਨਹੀਂ ਹੈ? ਪਹਿਲਾ ਆਪਸ਼ਨ ਹੈ ਜੀ ਅਰਥਮੈਟਿਕ ਲੌਜਿਕ ਯੂਨਿਟ, ਦੂਜਾ ਆਪਸ਼ਨ ਹੈ ਸੈਕੰਡਰੀ ਸਟੋਰੇਜ, ਤੀਜਾ ਆਪਸ਼ਨ ਹੈ ਰਜਿਸਟਰਸ, ਚੌਥਾ ਆਪਸ਼ਨ ਹੈ ਜੀ ਕੰਟਰੋਲ ਯੂਨਿਟ। ਤਾਂ ਇਸ ਦਾ ਜੋ ਆਪਣਾ ਸਹੀ ਆਨਸਰ ਹੈ ਜੀ ਉਹ ਹੈ ਸੈਕੰਡਰੀ ਸਟੋਰੇਜ। ਸੈਕੰਡਰੀ ਸਟੋਰੇਜ ਇਸ ਦੇ ਵਿੱਚ ਨਹੀਂ ਆਉਂਦਾ ਮਤਲਬ CPU ਦੀ ਪ੍ਰੋਸੈਸਿੰਗ ਦੇ ਵਿੱਚ, ਕਿਉਂਕਿ ਸੈਕੰਡਰੀ ਸਟੋਰੇਜ ਜੋ ਹੈ ਉਹ ਇੱਕ ਅਲੱਗ ਵਿਸ਼ਾ ਹੈ, ਉਸ ਦੇ ਵਿੱਚ ਜੋ ਡਾਟਾ ਹੈ ਉਹ ਸੇਵ ਹੋ ਕੇ ਸਟੋਰ ਹੋ ਜਾਂਦਾ ਹੈ ਪਰਮਾਨੈਂਟਲੀ। ਨੈਕਸਟ ਹੈ ਜੀ 26th ਕੁਐਸਚਨ ਹੈ ਜੀ ਡੈਸ਼
ट्रांसमिशन अलाउज डाटा टू फ्लो इन बोथ डायरैक्शन साइमल्टेनियसली। डाटा प्रसारण ਨੂੰ ਦੋਵਾਂ ਦਿਸ਼ਾਵਾਂ ਵਿੱਚ ਇੱਕੋ ਸਮੇਂ ਨਾਲ ਪ੍ਰਵਾਹ ਕਰਨ ਦਿੰਦਾ ਹੈ। ਹਾਂਜੀ, ਜਿਵੇਂ ਕਿ ਆਪਾਂ ਜਦੋਂ ਨੈਟਵਰਕਿੰਗ ਦਾ ਕੰਸੈਪਟ ਯੂਜ਼ ਕਰਦੇ ਹਾਂ, ਡਾਟਾ ਟਰਾਂਸਫਰ ਹੁੰਦਾ ਹੈ, ਤਾਂ ਉਸ ਦੇ ਵਿੱਚ ਆਪਣੇ ਕੋਲੇ 3 ਟੈਕਨੀਕਸ ਹੁੰਦੀਆਂ ਹਨ: ਡੂਪਲੈਕਸ, ਹਾਫ ਡੂਪਲੈਕਸ, ਸਿੰਪਲੈਕਸ। ਜਦੋਂ ਆਪਾਂ ਸਿੰਪਲੈਕਸ ਮੋਡ ਜੋ ਹੁੰਦਾ ਹੈ ਉਸ ਦੇ ਵਿੱਚ ਕੀ ਹੁੰਦਾ ਹੈ, ਜੋ ਯੂਜ਼ਰ ਹੈ ਉਹ ਰਿਸਪੌਂਡ ਨਹੀਂ ਕਰਦਾ, ਮਤਲਬ ਜੋ ਰਿਸੀਵਰ ਹੈ ਜਿਸ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਉਹ ਰਿਸਪੌਂਡ ਨਹੀਂ ਕਰਦਾ। ਹਾਫ ਡੂਪਲੈਕਸ ਦੇ ਵਿੱਚ ਕੀ ਹੁੰਦਾ ਹੈ, ਜੋ ਰਿਸੀਵਰ ਹੈ ਉਹ ਮਤਲਬ ਥੋੜ੍ਹੇ ਸਮੇਂ ਬਾਅਦ ਰਿਸਪੌਂਡ ਕਰਦਾ ਹੈ, ਮਤਲਬ ਰੀਅਲ ਟਾਈਮ ਦੇ ਵਿੱਚ ਰਿਸਪੌਂਸ ਨਹੀਂ ਆਉਂਦਾ ਹੈ। ਜਿਵੇਂ ਕਿ ਵੋਕੀ ਟੋਕੀ ਸੈੱਟ ਸਨ। ਜੋ ਸਿੰਪਲੈਕਸ ਦੀ ਇਹ ਆਪਣੇ ਕੋਲੇ ਐਗਜ਼ਾਮਪਲ ਇਹ ਹੈ ਕਿ ਰੇਲਵੇ ਅਨਾਊਂਸਮੈਂਟਸ, ਉਸ ਦੇ ਵਿੱਚ ਹਰ ਇੱਕ ਰਿਸੀਵਰ ਜੋ ਹੈ ਉਹ ਤੁਹਾਨੂੰ ਰਿਸਪੌਂਡ ਨਹੀਂ ਕਰੇਗਾ। ਤੀਜਾ ਆਪਸ਼ਨ ਹੈ ਜੀ ਆਪਣੇ ਕੋਲੇ ਫੁੱਲ ਡੂਪਲੈਕਸ। ਫੁੱਲ ਡੂਪਲੈਕਸ ਦੇ ਵਿੱਚ ਕੀ ਹੁੰਦਾ ਹੈ, ਡਾਟਾ ਜੋ ਹੈ ਰੀਅਲ ਟਾਈਮ ਦੇ ਵਿੱਚ ਇੱਕੋ ਹੀ ਸਮੇਂ ਦੇ ਵਿੱਚ ਪ੍ਰਵਾਹ ਹੁੰਦਾ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਆਪਣਾ 26 ਦਾ ਉਹ ਹੈ ਫੁੱਲ ਡੂਪਲੈਕਸ। ਜਿਵੇਂ ਕਿ ਆਪਾਂ ਅੱਜ ਦੀ ਜੋ ਟੈਕਨੋਲੋਜੀ ਯੂਜ਼ ਕਰ ਰਹੇ ਹਾਂ, ਠੀਕ ਹੈ ਨਾ, ਡਾਟਾ ਟਰਾਂਸਮਿਸ਼ਨ ਦੀ, ਤਾਂ ਉਹ ਹੈ ਫੁੱਲ ਡੂਪਲੈਕਸ ਬੇਸਡ ਹੈ। ਮੋਸਟਲੀ ਮੋਬਾਈਲ ਕਾਲਸ ਆਪਾਂ ਕਹਿ ਸਕਦੇ ਹਾਂ ਫੁੱਲ ਡੂਪਲੈਕਸ ਨਾਲ ਰਿਲੇਟਡ ਨੇ। ਨੈਕਸਟ ਹੈ ਜੀ ਇਹ ਸਿਮ ਇਨ ਏ ਮੋਬਾਈਲ ਫੋਨ ਸਟੈਂਡਸ ਫॉर। ਹਾਂਜੀ, ਸਿਮ ਦੀ ਫੁੱਲ ਫਾਰਮ ਕੀ ਹੁੰਦੀ ਹੈ? ਸਬਸਕ੍ਰਾਈਬਰ ਇੰਟਰਨੈਟ ਮੋਡਿਊਲ, ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਸਬਸਕ੍ਰਾਈਬਰ ਇੰਟਰਨਲ ਮੋਡਿਊਲ, ਸਬਸਕ੍ਰਾਈਬਰ ਆਇਡੈਂਟੀਟੀ ਮੈਮਰੀ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਬੀ, ਮਤਲਬ ਦੂਜਾ ਆਪਸ਼ਨ ਜੋ ਹੈ ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ। ਹਾਂਜੀ, ਸਬਸਕ੍ਰਾਈਬਰ ਜੋ ਹੁੰਦਾ ਹੈ ਆਇਡੈਂਟੀਟੀ ਹੁੰਦੀ ਹੈ ਉਸਦੀ, ਉਹ ਮੋਡਿਊਲ ਹੁੰਦਾ ਹੈ, ਮਤਲਬ ਛੋਟਾ ਜਿਹਾ ਜੋ ਹਿੱਸਾ ਹੁੰਦਾ ਹੈ। ਤਾਂ ਸਿਮ ਦੀ ਫੁੱਲ ਫਾਰਮ ਬਣ ਗਈ ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ। 28ਵੇਂ ਕੁਐਸਚਨ ਤੇ ਆਉਂਦੇ ਹਾਂ ਜੀ ਹੁਣ ਆਪਾਂ। ਦੀ ਮੋਸਟ ਇੰਪੋਰਟੈਂਟ ਡਿਫਰੈਂਸ ਇਨ ਦਾ ਪਰਫੋਰਮੈਂਸ ਬਿਟਵੀਨ ਮੇਨ ਮੈਮਰੀ ਐਂਡ ਸੈਕੰਡਰੀ ਮੈਮਰੀਜ਼। ਹਾਂਜੀ, ਜੋ ਮੁੱਖ ਮੈਮਰੀ ਅਤੇ ਸੈਕੰਡਰੀ ਮੈਮਰੀ ਵਿਚਕਾਰ ਪ੍ਰਦਰਸ਼ਨ ਵਿੱਚ ਸਭ ਤੋਂ ਮਹੱਤਵਪੂਰਨ ਅੰਤਰ ਹੈ। ਕੀ ਹੈ ਦੋਨਾਂ ਦੇ ਵਿੱਚ, ਮੇਨ ਮੈਮਰੀ ਅਤੇ ਸੈਕੰਡਰੀ ਮੈਮਰੀ ਦੇ ਵਿੱਚ ਜੋ ਅੰਤਰ ਹੈ? ਪਹਿਲਾ ਹੈ ਜੀ ਪਾਵਰ ਕੰਜੰਪਸ਼ਨ, ਦੂਜਾ ਆਪਸ਼ਨ ਹੈ ਜੀ ਮੋਸਟ ਸੈਕੰਡਰੀ ਸਟੋਰੇਜ ਡਿਵਾਈਸਿਸ ਆਰ ਟੂ ਬਿਗ ਟੂ ਫਿਟ ਇਨਟੂ ਦਾ CPU। ਤੀਜਾ ਆਪਸ਼ਨ ਹੈ ਜੀ ਸੈਕੰਡਰੀ ਸਟੋਰੇਜ ਮੋਸਟਲੀ ਬਾਈ ਸਟੇਟ ਬਟ ਮੇਨ ਮੈਮਰੀ ਇਜ਼ ਮੋਸਟਲੀ ਟਰਾਈ ਸਟੇਟ। ਚੌਥਾ ਆਪਸ਼ਨ ਹੈ ਜੀ ਸਪੀਡ ਆਫ ਐਕਸੈਸ ਸੈਕੰਡਰੀ ਸਟੋਰੇਜ ਮਚ ਸਲੋਅਰ। ਤਾਂ ਇਸ ਦਾ ਜੋ ਆਪਣਾ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਸੀ, ਸੈਕੰਡਰੀ ਸਟੋਰੇਜ ਮੋਸਟਲੀ ਬਾਈ ਸਟੇਟ। ਤੇ ਜੋ ਸੌਰੀ, ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਪਸ਼ਨ 4, ਚੌਥਾ ਆਪਸ਼ਨ ਜੋ ਹੈ ਸਪੀਡ ਆਫ ਐਕਸੈਸ, ਮਤਲਬ ਦੋਹਾਂ ਦੀ ਜੋ ਸਪੀਡ ਹੈ ਐਕਸੈਸ ਕਰਨ ਦੀ ਇਨਫੋਰਮੇਸ਼ਨ ਨੂੰ ਉਹ ਡਿਪੈਂਡ ਕਰਦੀ ਹੈ ਕਿ ਸੈਕੰਡਰੀ ਸਟੋਰੇਜ ਇਜ਼ ਸਲੋਅਰ, ਸੈਕੰਡਰੀ ਸਟੋਰੇਜ ਜੋ ਹੈ ਸਲੋਅਰ ਹੁੰਦੀ ਹੈ। ਨੈਕਸਟ ਕੁਐਸਚਨ ਹੈ ਜੀ 29ਵੇਂ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਾਂ। ਦੀ IPv4 IP ਐਡਰੈਸ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਇੰਟਰਨੈਟ ਦੇ ਉੱਪਰ ਆਪਣੇ ਜੋ ਐਡਰੈਸ ਬਣਦਾ ਹੈ ਉਸ ਨੂੰ ਆਪਾਂ ਜੋ ਆਪਣੇ IP ਐਡਰੈਸ ਹੁੰਦੇ ਹਨ, ਮਤਲਬ ਇੰਟਰਨੈਟ ਪ੍ਰੋਟੋਕੋਲਸ, ਮਤਲਬ ਜੋ ਇੰਟਰਨੈਟ ਦੇ ਉੱਪਰ ਕੰਮ ਕਰਨ ਦੇ ਲਈ ਜੋ ਰੂਲਸ ਨੂੰ ਆਪਾਂ ਫੋਲੋ ਕਰਦੇ ਹਾਂ ਉਸ ਨੂੰ ਆਪਾਂ IP ਐਡਰੈਸ ਬੋਲਦੇ ਆ, ਇੰਟਰਨੈਟ ਪ੍ਰੋਟੋਕੋਲ ਰੂਲਸ। IPv4 ਮਤਲਬ IP ਵਰਜ਼ਨ 4 ਜੋ ਹੈ ਐਡਰੈਸ ਕੰਸਿਸਟ ਆਫ ਕਿੰਨੇ ਬਿਟਸ ਦਾ ਹੁੰਦਾ ਹੈ ਉਹ? ਪਹਿਲਾ ਆਪਸ਼ਨ ਹੈ ਜੀ 32 ਬਿਟ, ਦੂਜਾ ਆਪਸ਼ਨ ਹੈ ਜੀ 64 ਬਿਟ, ਤੀਜਾ ਆਪਸ਼ਨ ਹੈ ਜੀ ਆਪਣੇ ਕੋਲੇ 16 ਬਿਟ, ਚੌਥਾ ਆਪਸ਼ਨ ਹੈ ਜੀ 128 ਬਿਟ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਆਪਣਾ ਉਹ ਹੈ ਆਪਸ਼ਨ ਏ, ਪਹਿਲਾ ਆਪਸ਼ਨ ਜੋ ਹੈ 32 ਬਿਟ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ ਆਪਣਾ 30ਵਾਂ ਕੁਐਸਚਨ ਹੈ ਜੀ ਥੀਸਰਸ ਟੂਲ ਇਨ MS ਵਰਡ ਇਜ਼ ਯੂਜ਼ਡ ਫॉर। ਹਾਂਜੀ, ਜੋ ਥੀਸਰਸ ਆਪਣੇ ਕੋਲੇ ਜੋ ਇੱਕ ਆਪਸ਼ਨ ਹੁੰਦੀ ਹੈ MS ਵਰਡ ਦੇ ਵਿੱਚ, ਉਹ ਆਪਸ਼ਨ ਕਿਸ ਚੀਜ਼ ਲਈ ਵਰਤੀ ਜਾਂਦੀ ਹੈ? ਪਹਿਲਾ ਆਪਸ਼ਨ ਹੈ ਜੀ ਸਪੈਲਿੰਗ ਸੁਜੈਸ਼ਨ, ਦੂਜਾ ਆਪਸ਼ਨ ਹੈ ਸਿਨੋਨੀਮਸ ਵਰਡਸ, ਚੌਥਾ ਆਪਸ਼ਨ ਹੈ ਗ੍ਰਾਮਰ ਚੈਕਿੰਗ, ਚੌਥਾ ਆਪਸ਼ਨ ਹੈ ਜੀ ਆਟੋ ਕਰੈਕਟ ਆਪਸ਼ਨ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਆਪਣਾ ਉਹ ਹੈ ਆਪਸ਼ਨ ਦੂਜਾ ਸਿਨੋਨੀਮਸ ਵਰਡਸ। ਸਪੈਲਿੰਗ ਸੁਜੈਸ਼ਨ ਦੇ ਲਈ ਆਪਣੇ ਕੋਲੇ ਸਪੈਲ ਚੈਕਰ ਹੁੰਦਾ ਹੈ, ਗ੍ਰਾਮਰ ਚੈਕਿੰਗ ਦੇ ਲਈ ਗ੍ਰਾਮਰ ਚੈਕਰ ਹੁੰਦਾ ਹੈ, ਤੇ ਆਟੋ ਕਰੈਕਟ ਆਪਸ਼ਨ ਜੋ ਹੈ ਉਹ ਸਪੈਲਿੰਗ ਚੈਕਰ ਦੇ ਅੰਡਰ ਆਉਂਦੀ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਦੂਜਾ ਆਪਣਾ ਸਿਨੋਨੀਮਸ ਵਰਡਸ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਹੁਣ 31ਵਾਂ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਕੰਪੋਨੈਂਟ ਆਫ ਸੈਂਟਰਲ ਪ੍ਰੋਸੈਸਿੰਗ ਯੂਨਿਟ। ਹਾਂਜੀ, ਇਹਨਾਂ ਦੇ ਵਿੱਚੋਂ CPU ਦਾ ਕਿਹੜਾ ਜੋ ਹੈ ਪਾਰਟ ਨਹੀਂ ਹੈ, ਮਤਲਬ ਕਿਹੜੀ ਜੋ ਆਪਸ਼ਨ ਹੈ CPU ਦਾ ਹਿੱਸਾ ਨਹੀਂ ਹੁੰਦੀ? ਪਹਿਲਾ ਆਪਸ਼ਨ ਹੈ ਅਰਥਮੈਟਿਕ ਲੌਜਿਕ ਯੂਨਿਟ, ਦੂਜਾ ਆਪਸ਼ਨ ਹੈ ਜੀ ਸੈਕੰਡਰੀ ਸਟੋਰੇਜ, ਤੀਜਾ ਆਪਸ਼ਨ ਹੈ ਰਜਿਸਟਰ, ਚੌਥਾ ਆਪਸ਼ਨ ਹੈ ਕੰਟਰੋਲ ਯੂਨਿਟ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਸੈਕਿੰਡ, ਮਤਲਬ ਦੂਜੀ ਆਪਸ਼ਨ ਜੋ ਹੈ ਸੈਕੰਡਰੀ ਸਟੋਰੇਜ।
32वें क्वेश्चन ते आने जी हुण आपां। द कंटेंट ऑफ मोस्ट फॉर्म्स ऑफ रोम most forms of RAM are dash, thus making them unsuitable for long term data storage। RAM ਦੇ ਜ਼ਿਆਦਾਤਰ ਰੂਪਾਂ ਦੀ ਸਮੱਗਰੀ ਡੈਸ਼ ਹਨ, ਇਸ ਲਈ ਉਹ ਲੰਬੇ ਸਮੇਂ ਦੇ ਲਈ ਡਾਟਾ ਸਟੋਰੇਜ ਅਨੁਕੂਲ ਨਹੀਂ ਬਣਾਉਂਦੇ। ਮਤਲਬ ਕਿਸ ਚੀਜ਼ ਕਿਹੜੀ ਆਪਸ਼ਨ ਹੁੰਦੀ ਹੈ ਜੋ ਰੈਮ ਦੇ ਵਿੱਚ ਜੋ ਡਾਟਾ ਨੂੰ ਲੰਬੇ ਸਮੇਂ ਦੇ ਵਿੱਚ ਸਟੋਰ ਕਰਕੇ ਰੱਖਣ ਦੇ ਵਿੱਚ ਜੋ ਨਹੀਂ ਹੈ ਉਸ ਦੇ ਫੇਵਰੇਬਲ ਨਹੀਂ ਹੈ। ਪਹਿਲਾ ਆਪਸ਼ਨ ਹੈ ਜੀ ਡਾਇਨਾਮਿਕ ਗਤੀਸ਼ੀਲ, ਦੂਜਾ ਆਪਸ਼ਨ ਹੈ ਜੀ ਸਟੈਟਿਕ ਸਥਿਰ, ਤੀਜਾ ਆਪਸ਼ਨ ਹੈ ਜੀ ਫਰੈਗਮੈਂਟੇਟਡ, ਮਤਲਬ ਜੋ ਇਹ ਫਰੈਗਮੈਂਟੇਸ਼ਨ ਜੋ ਇਸ ਦੇ ਵਿੱਚ ਬਣੀਆਂ ਹੋਈਆਂ ਹੁੰਦੀਆਂ ਹਨ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ 4 ਜੋ ਵੋਲਾਟਾइल है। वोलाटाइल जो है इसका सही आंसर है अस्थिर। नेक्स्ट है जी 33rd क्वेश्चन है जी अपना डैश डेवलप सॉफ्टवेयर सच एज ऑपरेटिंग सिस्टम, कंपाइलर, डेटाबेस मैनेजमेंट सिस्टम एंड नेटवर्किंग सिक्योरिटी मोनीटर्स। डैश सॉफ्टवेयर का विकास करो जिमें कि ऑपरेटिंग सिस्टम, कंपाइलर, डेटाबेस प्रबंधन और नैटवर्क सुरक्षा निगरान। पहला है जी एप्लीकेशन प्रोग्राम, दूजा ऑप्शन है सिस्टम प्रोग्रामर्स, तीजा ऑप्शन है डेटाबेस प्रोग्रामर्स, चौथा ऑप्शन है जी सिस्टम एनालिस्ट। तो इसका जो सही आंसर है जी वो है अपना ऑप्शन दूजा सिस्टम प्रोग्रामर्स। 34वें क्वेश्चन से चलते हैं जी हुण आपां। इन मैनी CPUs ए रजिस्टर कॉल्ड द डैश स्टोर कंडीशन कोड्स इंक्लूडिंग दोज रिप्रजेंटिंग प्रोसैसिंग एरर्स एंड द रिजल्ट ऑफ कंपैरिजन ऑपरेशंस। बहुत सारे CPU विच एक रजिस्टर डैश नूं बुलाउंदा है। कंडीशन कोड हाँ जी जो रजिस्टर्स हैं, रजिस्टर्स की हुंदे हन CPU दे विच रजिस्टर मौजूद हुंदे हन, ਉਹ ਕੀ ਕਰਦੇ ਹਨ ਉਹ ਕੰਪਿਊਟਰ ਦੀ ਜੋ CPU ਦੀ ਜੋ ਪ੍ਰੋਸੈਸਿੰਗ ਸਪੀਡ ਹੈ ਉਸ ਨੂੰ ਫਾਸਟ ਕਰਦੇ ਹਨ। ਮਤਲਬ ਉਸ ਦੇ ਲਈ ਟਰਾਂਸਪੋਰਟੇਸ਼ਨ ਦਾ ਡਾਟਾ ਟਰਾਂਸਪੋਰਟੇਸ਼ਨ ਦਾ ਕੰਮ ਜੋ ਹੈ ਉਹ ਰਜਿਸਟਰ ਕਰਵਾਉਂਦੇ ਹਨ। ਅਲੱਗ-ਅਲੱਗ ਰਜਿਸਟਰ ਬਣੇ ਹੋਏ ਹੁੰਦੇ ਹਨ ਜੋ ਡਾਟਾ ਟਰਾਂਸਪੋਰਟੇਸ਼ਨ ਦਾ ਕੰਮ ਜੋ ਹੈ CPU ਦਾ ਕਰਦੇ ਹਨ। ਤਾਂ ਇਸ ਦੇ ਵਿੱਚ ਆਪਸ਼ਨਸ ਹਨ ਆਪਣੇ ਕੋਲ ਇੰਸਟਰਕਸ਼ਨ ਪੁਆਇੰਟਰ, ਦੂਜਾ ਆਪਸ਼ਨ ਹੈ ਇੰਟੀਜਰ ਰਜਿਸਟਰ, ਤੀਜਾ ਆਪਸ਼ਨ ਹੈ ਜੀ ਪ੍ਰੋਗਰਾਮਰ ਸਟੇਟਸ ਵਰਡ, ਚੌਥਾ ਆਪਸ਼ਨ ਹੈ ਜੀ ਇੰਸਟਰਕਸ਼ਨ रजिस्टर। तो इसका जो सही आंसर है अपना वो है जी ऑप्शन तीजा प्रोग्रामर स्टेटस वर्ड। नैक्सट क्वेश्चन से चलते हैं जी दी IPv4 एड्रैस कंसिस्ट ऑफ। हाँ जी जो IPv4 जो एड्रैस होंदा है मतलब किन्ने बिट्स का होंदा है वो। पहला है जी 32 बिट, दूजा ऑप्शन है जी 64 बिट, तीजा ऑप्शन है जी 16 बिट, चौथा ऑप्शन है जी 128 बिट्स। तो इसका जो सही आंसर है जी वो है ऑप्शन पहला अपने को 32 बिट्स। 36वें क्वेश्चन से चलते हैं जी हुण आपां। ट्राइंग टू मीट द IT नीड्स ऑफ all of a firm's functional areas with a single integrated system is called। एक ही एकीकृत प्रणाली नाल फर्म के सारे कार्यशील खेतरां दीयां IT ਜ਼ਰੂਰਤਾਂ ਨੂੰ पूरा करन दी कोशिश दे संग्रह नूं की कहंदे आ। पहला ऑप्शन है जी इंटीग्रेटिव इंफॉर्मेशन सिस्टम, दूजा ऑप्शन है एग्जीक्यूटिव इंफॉर्मेशन सिस्टम, चौथा ऑप्शन है इंटरप्राइजेज रिसोर्स प्लानिंग, चौथा ऑप्शन है ट्रांजैक्शन प्रोसैसिंग सिस्टम। इसका जो सही आंसर है जी वो है अपना ऑप्शन तीजा जो है इंटरप्राइज रिसोर्स प्लानिंग मतलब ERP। 37वें क्वेश्चन से चलते हैं जी हुण आपां। ये पैटर्न यूज टू आइडेंटिफाई ए वायरस इज नोन एज। हाँ जी जो वायरस है उसका मतलब किस तरह नाल उसनूं पछाणिया जाता है कि एक वायरस जो डेफिनेशन क्या हो। पहला ऑप्शन है जी वायरस सिग्नेचर, दूजा ऑप्शन है वायरस डेफिनेशन, तीजा ऑप्शन है एंटीवायरस सॉफ्टवेयर, चौथा ऑप्शन है जी एंटीवायरस मॉड्यूल। तो इसका जो सही आंसर है जी वो है ऑप्शन पहला वायरस सिग्नेचर। नेक्स्ट क्वेश्चन है जी 38th क्वेश्चन। नाउ अ डे द मोस्ट अट्रैक्टिव फिजिकल लेयर मीडिया यूज्ड फॉर हाई स्पीड लो एरर रेट एंड जियोग्राफिकल लार्ज नेटवर्क इज। मतलब केड़ा जो है जो अज दा दिन तेज़ रफ्तार घट गलती दर ते भूगोलिक तौर पर वड्डे नैटवर्कों लिए वरत्या जाता सब तो आकर्षक सरीरक परत मीडिया है। पहला ऑप्शन है जी सैटेलाइट मीडिया, दूजा ऑप्शन है ऑप्टिकल फाइबर, तीजा ऑप्शन है जी वायरलैस मीडिया, चौथा ऑप्शन है कॉपर मीडिया। तो इसका जो सही आंसर है जी ऑप्टिकल फाइबर। हाँ जी जो ऑप्टिकल फाइबर मीडिया जो होंदा है नैटवर्किंग दे विच वो फास्टैसट होंदा है, इनफॉर्मेशन जो है उस दे विच सारे नालों फास्ट जो है ट्रांसफर करती है।
39वें क्वेश्चन ਤੇ ਚੱਲਦੇ ਹਾਂ ਜੀ ਹੁਣ ਆਪਾਂ। ਇਨ MS ਵਿੰਡੋਜ਼ operating system a utility which consolidates parts of files lying at different locations on computer's hard disk is known as। पहला ऑप्शन है जी एंटीवायरस, दूजा ऑप्शन है बैकअप, तीजा ऑप्शन है एरर चैकिंग, चौथा ऑप्शन है जी डी फ्रैगमेंटर। तो इसका जो सही आंसर है जी वो है ऑप्शन चौथा डी फ्रैगमेंटर। 40वें क्वेश्चन ਤੇ ਚੱਲਦੇ ਹਾਂ ਜੀ ਹੁਣ ਆਪਾਂ। विच ऑफ द फॉलोइंग डिस्क्रिप्शन इज क्लोजेस्ट टू ओपन सोर्स सॉफ्टवेयर। हाँ जी, ओपन सोर्स सॉफ्टवेयर जो होंदा है मतलब वो की होंदा है, मतलब किहड़ी चीज़ जो है उसके डिस्क्रिप्शन दे बिल्कुल क्लोज है। ओपन सोर्स सॉफ्टवेयर का मीनिंग ये होंदा है कि जिस दे विच सिस्टम रिक्वायरमेंट्स जो है वो मैटर नहीं करती, तो जो वो सॉफ्टवेयर है वो किते भी आपां उसनूं ऑपरेट कर सकते हाँ। तो पहला ऑप्शन है जी इट इज़ सॉफ्टवेयर हुज सोर्स कोड इज़ अवेलेबल फॉर मॉडिफिकेशन enhancement by anyone free of cost। दूजा ऑप्शन है इट इज़ सॉफ्टवेयर विच कैन बी फ्रीली यूज्ड बाय एनी नंबर ऑफ यूजर। तीजा ऑप्शन है इट इज़ सॉफ्टवेयर फॉर विच यूजर हैज़ टू पे मनी टू यूज एंड देन कैन बी शेयर्ड विद एनी नंबर ऑफ यूजर्स। चौथा ऑप्शन है इट इज़ सॉफ्टवेयर विच कैन नॉट बी इंस्टॉल्ड कंप्यूटर्स। तो इसका जो अपना सही आंसर है जी वो है ऑप्शन ए। हाँ जी, चलते हैं जी हुण आपां नैक्सट क्वेश्चन ते। अगला क्वेश्चन है जी 41वां क्वेश्चन। इन क्लाउड कंप्यूटिंग फुल फॉर्म ऑफ SLAs। हाँ जी, क्लाउड कंप्यूटिंग जो तकनीक है उसदे विच SLA की फुल फॉर्म की है। पहला ऑप्शन है जी सर्वर लैवल एग्रीमेंट, दूजा ऑप्शन है जी सर्विस लैवल एग्रीमेंट, तीजा ऑप्शन है जी सर्वर लोकल एग्रीमेंट, चौथा ऑप्शन है जी सर्विस लोकल एग्रीमेंट। तो इसका जो अपना सही आंसर है जी वो है ऑप्शन दूजा जो सर्विस लैवल एग्रीमेंट। नैक्सट क्वेश्चन पर चलते हैं जी हुण 42वां क्वेश्चन है जी इन MS विंडोज़ एक्सप्लोरर विच शॉर्टकट की विल क्रिएट ए न्यू फोल्डर। हाँ जी, MS विंडोज़ दे विच जो सॉफ्टवेयर ऑपरेटिंग सिस्टम जो है विंडोज़ ऑपरेटिंग सिस्टम उस दे विच जेकर आप न्यू फोल्डर क्रिएट करना है तो उसका जो शॉर्टकट की है वो किहड़ा यूज़ करते हैं आप। पहला ऑप्शन है जी Ctrl+V, दूजा ऑप्शन है Ctrl+C, तीजा ऑप्शन है जी Ctrl+Shift+N, चौथा ऑप्शन है जी Ctrl+Alt। तो इसका जो अपना सही आंसर है जी वो है ऑप्शन तीजा Ctrl+Shift+N। तो इन्हों के बारे भी मैं तुम्हें थोड़ा दस दिना कि Ctrl+V की होंदा है पेस्ट के लिए यूज़ होंदा है, Ctrl+C की होंदा है कॉपी के लिए यूज़ होंदा है, तो जो Ctrl+Alt है ये जो आप दो टैब्स के विच स्विच करना हो तो उदों ये यूज़ होंदी है ऑप्शन। नैक्सट क्वेश्चन है जी 43वें क्वेश्चन पर चलते हैं जी हुण आपां। MS Word to move the previous cell in a table inserted in a document press। MS Word किसी दस्तावेज दाखिल की मेज विच पिछले सैल विच जाने लई दबाओ। हाँ जी, जेकर आप MS Word दे विच जो टेबल बनाया है जेकर आप पिछले सैल दे विच जाना है तो आप किहड़ा की शॉर्टकट जो है वो यूज़ करते हैं। पहला ऑप्शन है जी टैब की, दूजा ऑप्शन है Alt+Tab, तीजा ऑप्शन है जी Shift+Tab, चौथा ऑप्शन है जी बैक स्पेस। तो इसका जो अपना सही आंसर है जी वो है ऑप्शन तीजा ऑप्शन जो है Shift+Tab। 44वें क्वेश्चन ते जी हुण इन MS PowerPoint टू सैटअप ए सैल्फ रनिंग प्रैजेंटेशन यूज डैश डायलॉग बॉक्स। MS PowerPoint विच एक स्वै चलदी पेशकारी सैटअप करने लई डैश वरतों डायलॉग बॉक्स की वरतों की जाती है। पहला ऑप्शन है जी ऑटोमेट, दूजा ऑप्शन है स्टार्ट टाइमिंग, तीजा ऑप्शन है सैटअप शो, चौथा ऑप्शन है जी रिकॉर्ड। तो इसका जो सही आंसर है जी वो है ऑप्शन तीजा सैटअप शो। नैक्सट क्वेश्चन है जी 45वां क्वेश्चन 45वें क्वेश्चन पे है एन अनसोलिसिटेड कमर्शियल नॉन कमर्शियल ईमेल इज़ नॉन एज। ठीक है जी, एक ईमेल जो अनसोलिसिटेड कमर्शियल नॉन कमर्शियल ईमेल होंदी है उसनूं आपां की कहने आ, किस तरह नाल उसनूं जाणिया जांदा है। पहला ऑप्शन है जी यूजनेट आर्चिव ईमेल, दूजा ऑप्शन है स्पैम ईमेल, तीजा ऑप्शन है जी ईमेल विद वायरस, चौथा ऑप्शन है जी फैकल्टी ईमेल। तो इसका जो अपना सही आंसर है जी वो है ऑप्शन दूजा स्पैम ईमेल। हाँ जी, स्पैम जो की है स्पैम ईमेल्स की होंदियां हन। स्पैम ईमेल होंदी है जदों तुहाडी जो निजी जानकारी नूं किसी नूं चुराउण दे लई जदों तुहानूं कोई फेक मेल्स आउंदियां हन तां उसनूं वो सारियां स्पैम दे विच चलियां जांदियां हन। ਇਹ ਤੁਹਾਡੇ ਸਿਸਟਮ ਦੇ ਲਈ ਕੰਪਿਊਟਰ ਦੇ ਲਈ ਹਾਰਮਫੁਲ ਹੁੰਦੀਆਂ ਹਨ ਤਾਂ ਆਪਾਂ ਨੂੰ ਇਹਨਾਂ ਦੇ ਜੋ ਸਪੈਮ ਦੇ ਵਿੱਚ ਮੇਲਸ ਹੁੰਦੀਆਂ ਨੇ ਇਹਨਾਂ ਨੂੰ ਨਹੀਂ ਓਪਨ
करना चाहिए। नैक्सट क्वेश्चन पर चलते हैं जी। हम 46 क्वेश्चन जो है, दी हार्ट एंड द नर्व सेंटर ऑफ कंप्यूटर इज़ इट्स। हाँ जी, एक कंप्यूटर का दिल ते दिमाग केंद्र है। हाँ जी, फिर उही छोटे लैवल का बिल्कुल क्वेश्चन आ गया जी, छोटिया क्लासा के लैवल का, कि एक कंप्यूटर का दिल ते दिमाग का केंद्र है वो किसनों कहा जाता है। पहला ऑप्शन है जी इनपुट यूनिट, दूजा ऑप्शन है CPU, तीजा ऑप्शन है मैमरी याददाश्त। तो बिल्कुल इसका जो सही आंसर है वो है ऑप्शन दूजा CPU। नैक्सट क्वेश्चन पर चलते हैं जी। 47 क्वेश्चन है, विच ऑफ द फॉलोइंग TCP/IP प्रोटोकॉल इज़ यूज फॉर ट्रांसफरिंग इलैक्ट्रॉनिक मेल मैसेज मशीन टू अनदर। हाँ जी, इन्हों के विचों किहड़ा प्रोटोकॉल जो है वो यूज़ किया जाता है। TCP/IP का जो प्रोटोकॉल है, जो आप किसी मेल नूं, ठीक है, ईमेल जो है एक जगह तो मतलब सेंडर तो रिसीवर तक जाती है। पहला ऑप्शन है FTP फाइल ट्रांसफर मेल प्रोटोकॉल, दूजा ऑप्शन है SNMP, तीजा ऑप्शन है जी SMTP, चौथा ऑप्शन है जी RPC। तो इसका जो सही आंसर है जो है थर्ड ऑप्शन तीजी SMTP, मतलब सीमेंटिक मेल ट्रांसफर प्रोटोकॉल। प्रोटोकॉल के बारे में मैं तुम्हें पहले दस चुकिया कि प्रोटोकॉल की होंगे हैं। प्रोटोकॉल जो रूल्स होंगे हैं, ठीक है, किसी चीज़ को फॉलो कर अपन फॉलो करना पैंदा उन्होंने रूल्स में, डाटा को भी जिमें ट्रांसमिट होने के लिए अपन पता है कि डाटा ट्रैफिकिंग का जो रूल है उसके अकॉर्डिंग, ठीक है, डाटा के जो ट्रांसफर एक जगह तो दूजी जगह के उपर ट्रांसफर करने लिए कुछ रूल्स बने हुए होंगे हैं, तो उन्होंने ही आप प्रोटोकॉल्स कहते हैं, जो अलग अलग लेयर्स के उपर जो नैटवर्किंग दी लेयर्स हैं उन्होंने उपर जाके काम करते हैं। 48वें क्वेश्चन पर आने जी। हम आप दी ट्रांजिस्टराइज्ड कंप्यूटर सर्किट डिजाइन बिटवीन द मिड 1950s एंड मिड 1960s वर इंट्रोड्यूस्ड इन द, मतलब जो जिन्ना ट्रांजिस्टर जो यूज़ होंगे सन वो किस जनरेशन के कंप्यूटर्स हैं जो उन्होंने यूज़ होंगे सन। कंप्यूटर दी जनरेशनस तो पता ही है कि जो फस्ट जनरेशन के कंप्यूटर सन उन्होंने आप वैक्यूम ट्यूब्स यूज़ करते सी। नैक्सट के सैकेंड जनरेशन के ICs आ गए सी, ठीक है ना जी। उस तरह ट्रांजिस्टर आ गए सी। फिर थर्ड जनरेशन फोर्थ जनरेशन के अलग अलग इस तो बाद इन्हों का साइज़ घटता गया। तो हुण आप देखते हैं कि इसके क्वेश्चन का जो आंसर है वो की है। पहला ऑप्शन है जी फस्ट जनरेशन, दूजा ऑप्शन है सैकेंड जनरेशन, तीजा ऑप्शन है थर्ड जनरेशन, चौथा ऑप्शन है जी फोर्थ जनरेशन। तो इसका जो सही आंसर है जी वो है ऑप्शन दूजा सैकेंड जनरेशन। 49वें क्वेश्चन पर जी। हम आप डैश आर यूज्ड फॉर मैन्युफैक्चरिंग CPU चिप्स यूज्ड इन ए कंप्यूटर एंड द CPU चिप इज़ मेड आउट ऑफ। हाँ जी, जो कंप्यूटर्स के जो चिप्स यूज़ होंदियां हैं वो किस किन्ना का संग्रह होंदियां हैं, मतलब किवें बनिया हुई होंदियां ने किन्ना चीज़ों नाल। पहला ऑप्शन है बसेज एंड कार्बन, दूजा ऑप्शन है कंट्रोल यूनिट कॉपर, तीजा ऑप्शन है सैमीकंडक्टर सिलिका, चौथा ऑप्शन है जी ऑप्टिकल फाइबर केबल सिल्वर। तो इसका जो सही आंसर है जी वो है अपना ऑप्शन तीजा सैमीकंडक्टर सिलिका। नैक्सट क्वेश्चन पर चलते हैं जी। हम आप 50th क्वेश्चन अपना लास्ट क्वेश्चन है जी। दी परपज़ ऑफ द प्राइमरी की इन ए डेटाबेस इज़ टू। हाँ जी, प्राइमरी की का जो कंसैप्ट है डेटाबेस का जो कंसैप्ट है MS एक्सेस एक होर एप्लीकेशन सॉफ्टवेयर आ गया जी, जो अपना MS ऑफिस सूट के अपने को होंदा है। यह भी बहुत ही इंपोर्टेंट सॉफ्टवेयर एप्लीकेशन सॉफ्टवेयर है जो आपू डेटाबेस बनाने के हैल्प करता है। जो आप डेटाबेस बनाने हाँ, ठीक है, तो उस एक प्राइमरी की होंगी है। प्राइमरी की डिफाइन करती है। पहला ऑप्शन है अनलॉक द डेटाबेस, दूजा ऑप्शन है यूनिकली आइडेंटिफाई ए रिकॉर्ड, तीजा ऑप्शन है एस्टैब्लिश कंस्ट्रेंट्स ऑन डेटाबेस ऑपरेशंस, चौथा ऑप्शन है प्रोवाइड ए मैप ऑफ द डाटा। इसका जो सही आंसर है जी वो अपनी दूजी ऑप्शन यूनिकली आइडेंटिफाई ए रिकॉर्ड। हाँ जी, यूनिकली जो एक डेटाबेस जो है डेटाबेस के अलग अलग रिकॉर्ड होंगे हैं। फॉर एग्जाम्पल तुसी टैसट भरिया है, हुण टैसट के एक नाम के बहुत बंदे होंगे हैं, जिमें 60-70 बंदे एक नाम के होंगे हैं, तो उन्होंने आप आइडेंटिफाई करने के लिए तो रोल नंबरस प्रोवाइड करवाए जाते हैं, रजिस्ट्रेशन नंबर प्रोवाइड करवाए जाते हैं। तो जोड़े वो रोल नंबर के रजिस्ट्रेशन नंबर होंगे हैं वो एक तरह प्राइमरी की का काम करते हैं उन्होंने डेटाबेस के, जो कि यूनिकली आइडेंटिफाई होंदा है। हर एक बंदे का जो रजिस्ट्रेशन नंबर जो रोल नंबर है वो अलग अलग होंदा है। तो धन्यवाद जी तुहाडा अज दी साडी यह वीडियो सुनने के लिए। अज दी साडी जो यह वीडियो है, ठीक है, 50 क्वेश्चन तुहानूं असीं इस दे विच करवाए हैं। इसकी जो PDF है 250 क्वेश्चन की वो भी असीं तुहाडे नाल शेयर करांगे। उस दे विचों तुसीं क्वेश्चनस पढ़ लिओ तो सारे ही क्वेश्चन के तुहानूं आंसर भी दिते जाणगे। तो तुसीं साडे चैनल नूं लाइक ते सबसक्राइब करते रहो ताकि असीं अगे फिर तुहाडी सेवा दे विच
ਵਧੀਆ ਵਧੀਆ ਜੋ ਵੀਡੀਓਜ਼ ਹੈ ਉਹ ਲੈ ਕੇ ਹਾਜ਼ਰ ਹੋਈਏ। ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਦੇਖਣ ਅਤੇ ਸੁਣਨ ਦੇ ਲਈ।